अस्सलाम वालेकुम दोस्तों। ਅੱਜ ਮੈਂ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗਾ ਆਪਣੇ ਦੋਸਤਾਂ ਦਾ। ਤੁਸੀਂ ਅਕਸਰ ਇਹਨਾਂ ਵੀਡੀਓ 'ਚ ਵੇਖਿਆ ਹੋਣਾ। ਇਹ ਆਪਣੇ ਨੇ ਹਕਨਵਾਜ ਸਾਹਿਬ, ਠੀਕ ਹੈ, ਤੇ ਇਹ ਆਪਣੇ ਨੇ ਮਹਾਰਾਜ ਮੁਹੰਮਦ ਹੁਸੈਨ ਸਾਹਿਬ, ਤੇ ਉਹ ਪਿੱਛੇ ਬਲਾਲ ਸਾਹਿਬ ਨੇ। ਠੀਕ ਹੈ ਜੀ। ਮੈਂ ਪਹਿਲਾਂ ਤੈਨੂੰ ਸਟੋਰੀ ਸੁਣਾਵਾਂਗਾ ਕਿ ਸਭ ਤੋਂ ਪਹਿਲਾਂ ਮੇਰੇ ਯਾਰ ਬਣੇ ਹੈ ਹਕਨਵਾਜ ਸਾਹਿਬ। ਕਿਸ ਤਰ੍ਹਾਂ ਬਣੇ ਜੀ? ਮੈਂ ਕਾਇਆ ਪ੍ਰਿੰਸੈਸ ਸਾਹਿਬ ਬਾਰਸਲੋਨਾ ਦੀ ਗਲੀ ਹੈ ਬੜੀ ਮਸ਼ਹੂਰ, ਉੱਥੇ ਲੋਕੋਤਰੀ ਦਾ ਕੰਮ ਕਰਨਾ ਸੀ। ਠੀਕ ਹੈ, ਪਬਲਿਕ ਕਾਲ ਆਫਿਸ PCO ਜਿਹਨੂੰ ਕਹਿੰਦੇ ਨੇ ਪਾਕਿਸਤਾਨ 'ਚ, ਅਤੇ ਸਪੈਨਿਸ਼ ਕਹਿੰਦੇ ਨੇ ਲੋਕੋਤੋਰੀਓ। ਠੀਕ ਹੈ, ਬੜਾ ਫੇਮਸ ਮਿਊਜ਼ੀਅਮ ਹੈ, ਮਿਊਜ਼ੀਅਮ ਪਿਕਾਸੋ ਦੇ ਕੋਲ ਇੱਕ ਫੇਮਸ ਗਲੀ ਹੈ, ਉਹਦਾ ਨਾਮ ਹੈ ਕਾਇਆ ਪ੍ਰਿੰਸੈਸ ਸਾਹਿਬ। ਉਹਦੇ ਵਿੱਚ ਮੈਂ ਕੰਮ ਕਰਨਾ ਸੀ, ਅਤੇ ਇਹ ਮੇਰੇ ਕੋਲ ਆਏ ਨੇ ਪਹਿਲੀ ਦਫਾ। ਹਾਂਜੀ, ਇੱਕ ਦੋ ਦਫਾ ਆਏ ਨੇ, ਮੈਨੂੰ ਕਿਹਾ ਕਿ ਯਾਰ ਮੇਰੇ ਕੰਪਿਊਟਰ ਦੀ ਵਿੰਡੋ ਖਰਾਬ ਹੈ, ਕਿਆ ਤੂੰ ਉਸ ਕਰ ਦੇਗਾ ਮੈਨੂੰ ਇੰਸਟਾਲ? ਅਤੇ ਮੈਂ ਕਿਹਾ ਕਰ ਦਿਆਂ, ਕੋਈ ਨਹੀਂ ਮਸਲਾ। ਇਹ ਆਏ, ਮੈਨੂੰ ਲੈਪਟਾਪ ਦੇ ਕੇ ਚਲੇ ਗਏ, ਮੈਂ ਵਿੰਡੋ ਇੰਸਟਾਲ ਕਰ ਦਿੱਤੀ। ਆਏ, ਇਹ ਵੇਖ ਕੇ ਬੜੇ ਖੁਸ਼ ਹੋਏ। ਠੀਕ ਹੈ, ਅਤੇ ਇਹਨਾਂ ਮੈਨੂੰ 30 ਯੂਰੋ ਧੱਕੇ ਨਾਲ ਕੱਢ ਕੇ ਫੜਾ ਖੜੇ। ਹਾਲਾਂਕਿ ਮੇਰੀ ਕੋਈ ਨੀਅਤ ਨਹੀਂ ਸੀ ਇਹਨਾਂ ਕੋਲ ਪੈਸੇ ਲੈਣ ਦੀ। ਇਹਨਾਂ ਮੈਂ ਮਨਾ ਕੀਤਾ, ਇਹਨਾਂ ਕਿਹਾ ਨਹੀਂ, ਤੂੰ ਇੰਨਾ ਟਾਈਮ ਜ਼ਾਇਆ ਕੀਤਾ, ਤੇਰਾ ਹੱਕ ਬਣਦਾ, ਤੂੰ ਮੈਨੂੰ 30 ਰੁਪਏ ਦੇ ਕੇ ਤੁਰ ਗਿਆ। ਠੀਕ ਹੈ ਨਾ। ਇਸ ਤਰ੍ਹਾਂ ਹੀ PCO 'ਤੇ ਹੁੰਦੇ ਹਨ ਅਕਸਰ। ਉਸ ਤੋਂ ਬਾਅਦ ਇੱਕ ਦਿਨ ਮਹਾਰਾਜ ਨੇ ਆਪਣੇ ਮੁਹੰਮਦ ਹੁਸੈਨ ਸਾਹਿਬ, ਇਹਨਾਂ ਨੂੰ ਪਿਆਰ ਨਾਲ ਮੈਂ ਮਹਾਰਾਜ ਆਨਾ, ਇਹਨਾਂ ਨੇ ਆਈਪੈਡ ਲਈ, ਨਹੀਂ ਆਈਪੋਡ, ਜਿਸ 'ਚ ਮਿਊਜ਼ਿਕ ਚੱਲਦਾ ਸੀ ਪੁਰਾਣੇ ਵਕਤਾਂ 'ਚ। ਇਹ ਮੈਂ ਤੁਹਾਨੂੰ ਗੱਲ ਸੁਣਾ, 2005-6 ਦੀ ਤੁਹਾਨੂੰ ਗੱਲ ਸੁਣਾ ਰਿਹਾ। ਇਹਨਾਂ ਨੇ ਆਈਪੋਡ ਲਿਆ, ਅਤੇ ਇਹਨਾਂ ਨੂੰ ਵਿੱਚ ਗਾਣੇ ਇੰਸਟਾਲ ਕਰਨੇ ਨਹੀਂ ਸਨ ਹੁੰਦੇ। ਠੀਕ ਹੈ, ਅਤੇ ਫਿਰ ਹਕਨਵਾਜ ਸਾਹਿਬ ਨੇ ਇਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇੱਕ ਯਾਰ ਹੈ, ਉਹਨੇ ਮੈਨੂੰ ਕੰਪਿਊਟਰ 'ਚ ਵਿੰਡੋ ਇੰਸਟਾਲ ਕਰ ਦਿੱਤੀ ਸੀ, ਚੱਲ ਉਹਦੇ ਕੋਲ ਚੱਲਦੇ ਹਾਂ, ਤੈਨੂੰ ਗਾਣੇ ਵੀ ਇੰਸਟਾਲ ਕਰਕੇ ਦੇਗਾ। ਕਿਉਂ ਨਹੀਂ ਮਹਾਰਾਜ ਸਾਹਿਬ? ਇਹਦੀ ਗੱਲ ਬਿਲਕੁਲ, ਇਹਦੀ ਗੱਲ ਹੈ ਨਾ। ਫਿਰ ਇਹ ਮੇਰੇ ਕੋਲ ਲੈ ਕੇ ਆਏ, ਫਿਰ ਇਹਨਾਂ ਨਾਲ ਮੁਲਾਕਾਤ ਹੋਈ ਭਾਈ ਮੁਹੰਮਦ ਹੁਸੈਨ ਸਾਹਿਬ ਨਾਲ। ਇਹ 2006 ਦੀ ਸਟੋਰੀ ਸੁਣਾਉਂਦੇ ਹੁੰਦੇ ਯੂਰਪ ਆਉਂਦੀ, ਅਤੇ ਬੜੀ ਉਹਨਾਂ ਦੀ ਮਜ਼ੇਦਾਰ ਸਟੋਰੀ ਹੈ, ਅਤੇ ਮੈਂ ਚਾਹੁੰਦਾ ਅੱਜ ਉਹ ਸਟੋਰੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਠੀਕ ਹੈ ਜੀ। ਭਾਈ ਮੁਹੰਮਦ ਹੁਸੈਨ ਸਾਹਿਬ, ਪਹਿਲਾਂ ਤਾਂ ਵੈਲਕਮ ਤੁਹਾਡਾ ਜੀ, ਬੜੀ ਮਿਹਰਬਾਨੀ ਜੀ। ਅਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਤੁਸੀਂ ਪਾਕਿਸਤਾਨ ਕੀ ਕਰਦੇ ਸੋ ਪਹਿਲਾਂ? ਵੈਲ, ਗੁੱਡ ਕੁਐਸਚਨ। ਅਤੇ ਪਾਕਿਸਤਾਨ 'ਚ ਮੇਰਾ ਮੈਡੀਸਨ ਦਾ ਜ਼ਾਤੀ ਆਪਣਾ ਕਾਰੋਬਾਰ ਮੈਂ ਕਹਾਂਗਾ। ਕੰਮ ਕਾਜ 'ਤੇ ਹੁੰਦਾ ਛੋਟੇ ਲੈਵਲ 'ਤੇ, ਵੱਡੇ ਲੈਵਲ 'ਤੇ ਮੈਡੀਸਨ ਦਾ ਡਿਸਟਰੀਬਿਊਸ਼ਨ ਸਨ ਮੇਰੇ ਕੋਲ। ਅੱਛਾ ਜੀ। ਉਹ ਇਸ ਤਰ੍ਹਾਂ ਕਰਕੇ ਇੱਕ ਸੈਟਅਪ ਹੈ ਸੀ। ਸਹੀ ਸੀ। ਹਾਂਜੀ। ਤੁਹਾਨੂੰ ਬਾਹਰ ਆਉਣ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਹਾਂਜੀ, ਮੈਂ ਬਚਪਨ ਦੇ ਵਿੱਚ ਨਾ ਇੱਕ ਫਿਤਰੀ ਤੌਰ 'ਤੇ ਸ਼ੌਕ ਸੀ ਮੈਨੂੰ। ਮੈਂ ਨਕਸ਼ੇ ਦੇਖਦਾ ਹੁੰਦਾ ਸਾਂ, ਜਿਹੜੇ ਟਰੈਵਲ ਏਜੰਟਸ ਨੇ, ਲੰਘਦਿਆਂ ਵੜਦਿਆਂ ਉਹਨਾਂ ਕੋਲ ਬੈਠ ਜਾਣਾ, ਬਾਹਰ ਦੀਆਂ ਇਨਫਾਰਮੇਸ਼ਨਾਂ ਲੈਣੀਆਂ। ਕੋਈ ਬੰਦਾ ਬਾਹਰੋਂ ਆਉਂਦਾ ਸੀ, ਦਿਲਚਸਪੀ ਨਾਲ ਉਹਨੂੰ ਦੇਖਣਾ, ਇੱਕ ਸਸਪੈਂਸ ਸੀ ਕਿ ਬਾਹਰ ਪਤਾ ਨਹੀਂ ਕੀ ਚੀਜ਼ ਹੈ। ਖੈਰ ਥੋੜ੍ਹਾ ਨਾ ਵੱਡਾ ਹੋਇਆ, ਅੱਬਾ ਜੀ ਨੂੰ ਮੈਂ ਕਿਹਾ, ਅੱਬਾ ਜੀ ਨੇ ਬੜਾ ਸਮਝਾਇਆ, ਲੇਕਿਨ ਮੇਰੀ ਜ਼ਿੱਦ ਔਰ ਸ਼ੌਕ ਦੇ ਸਾਹਮਣੇ ਅੱਬਾ ਜੀ ਨੇ ਹਥਿਆਰ ਸਰੈਂਡਰ ਕਰ ਦਿੱਤਾ। ਉਹਨਾਂ ਨੇ ਕਿਹਾ ਜਾ, ਮੇਰੀਆਂ ਦੁਆਵਾਂ ਤੇਰੇ ਨਾਲ ਨੇ, ਤੇ ਜਾ ਪੁੱਤਰ ਆਪਣੀ ਖੁਆਇਸ਼ ਪੂਰੀ ਕਰ। ਹਾਂਜੀ। ਇਸ ਤਰ੍ਹਾਂ ਕਰਕੇ ਮੈਂ, ਇਹ ਕਿਹੜੀ ਸੰਨ ਦੀ ਗੱਲ ਹੈ? ਇਹ ਸਰ ਸੰਨ 2000 ਦੀ ਗੱਲ ਹੈ। 2000 ਦੀ ਗੱਲ ਹੈ। 2000 'ਚ ਤੁਹਾਡਾ ਕਾਰੋਬਾਰ ਚੱਲ ਰਿਹਾ ਸੀ ਬਿਹਤਰੀਨ ਕਾਰੋਬਾਰ ਸੀ। ਪਰ ਤੁਸੀਂ ਆਪਣੇ ਸ਼ੌਕ ਵਾਸਤੇ ਸਭ ਕੁਝ ਕੁਰਬਾਨ ਕਰਕੇ ਤੁਸੀਂ ਨਿਕਲ ਪਏ ਜੀ। ਘਰ ਵਾਲਿਆਂ ਨੂੰ ਵੀ ਰਾਜ਼ੀ ਰੂਜ਼ੀ ਕਰਕੇ, ਇਜਾਜ਼ਤ ਨਾਲ, ਅੱਬਾ ਜੀ ਦੀ ਇਜਾਜ਼ਤ ਨਾਲ। ਅੱਬਾ ਜੀ ਨੇ ਖੁਸ਼ੀ ਨਾਲ ਤੁਹਾਨੂੰ ਕੱਲਿਆ? ਜੀ, ਖੁਸ਼ੀ ਨਾਲ ਤੇ ਨਹੀਂ ਭੇਜਿਆ, ਲੇਕਿਨ ਉਹਨਾਂ ਮੇਰੇ ਸ਼ੌਕ ਔਰ ਜ਼ਿੱਦ ਦੇ ਸਾਹਮਣੇ ਨਾ ਬਾਲਤੇ ਮਜਬੂਰੀ ਉਹਨਾਂ ਨੇ ਮੈਨੂੰ ਭੇਜ ਦਿੱਤਾ। ਫਿਰ ਕਿਸ ਤਰ੍ਹਾਂ ਤੁਸੀਂ ਮਸਲਨ ਬਾਹਰ ਨਿਕਲੇ? ਕੋਈ ਵੀਜ਼ਾ ਲਗਵਾਇਆ, ਕਿਸੇ ਨਾਲ ਗੱਲ ਕੀਤੀ? ਉਹ ਵੀ ਜ਼ਰਾ ਸਮਝਾਓ। ਉਦੋਂ ਇੱਕ ਅੱਛੀ ਕਹਿੰਦੇ ਸਨ, ਆਸਫ ਏਜੰਟ, ਗੁਜਰਾਤ ਦਾ ਮੱਲਾ, ਬੜਾ ਮਸ਼ਹੂਰ, ਨੂਰਪੁਰ ਮਹੱਲੇ ਦਾ ਏਜੰਟ ਸੀ, ਤੇ ਬਹੁਤ ਮਸ਼ਹੂਰ, ਬਾਪੂਲਾਰ, ਉਹਦੀਆਂ ਗੇਮਾਂ ਡੰਕੀਆਂ ਕਾਫੀ ਕਾਮਯਾਬ ਸਨ। ਅੱਛਾ, ਉਸ ਟਾਈਮ 1 ਲੱਖ ਰੁਪਏ ਦੇ ਵਿੱਚ ਨਾ ਮੈਂ, ਉਹ ਵੀ ਸਾਡੀ 1 ਲੱਖ ਰੁਪਇਆ ਸੀ, ਉਹਨੂੰ ਐਡਵਾਂਸ ਨਹੀਂ ਸੀ ਦਿੱਤਾ। ਠੀਕ ਹੈ। ਸਾਡੀ ਇਹ ਗੱਲ ਹੋਈ ਸੀ ਕਿ ਪਹੁੰਚ ਕੇ, ਵਕਤ ਅੱਛੇ ਸਨ, ਏਜੰਟ ਵੀ ਦੀਦ ਸ਼ਰਮ ਕਰਦੇ ਸਨ। ਹਾਂਜੀ, ਏਜੰਟ ਵਗੈਰਾ ਦੀਦ ਸ਼ਰਮ ਕਰਦੇ ਸਨ। ਸ਼ਰਮ ਜਾਂ ਦੀਦ ਲੋਕਾਂ 'ਚ ਹੈ। ਖੈਰ, ਪਾਸਪੋਰਟ ਦਿੱਤਾ। ਆਛੀ ਏਜੰਟ ਆਸਫ ਉਰਫ ਆਛੀ, ਉਹਨੇ ਹਫ਼ਤੇ ਬਾਅਦ ਵੀਜ਼ਾ ਲਗਵਾ ਦਿੱਤਾ ਕਾਜ਼ਕਿਸਤਾਨ ਦਾ। ਅਲਮਾਤਾ ਅਸੀਂ ਟਰੈਵਲ ਕੀਤਾ। ਠੀਕ ਹੈ ਜੀ। ਜੋ ਹੀ ਪਾਸਪੋਰਟ ਨਾਲ ਲੈ ਗਏ, ਨਾਲ ਮੈਂ $200 US ਜੇਬ 'ਚ ਪਾਇਆ। ਟਿਕਟ ਲੈ ਤੇ ਚੜ੍ਹ ਗਏ ਕਾਜ਼ਕਿਸਤਾਨ। ਨਾਲ ਕੋਈ ਦੋਸਤ ਤੁਹਾਡੇ ਹੋਰ ਵੀ ਆਏ ਸਨ? ਇਕੱਲੇ ਚੜ੍ਹੇ ਸੋ? ਹਾਂਜੀ, ਹੋਰ ਵੀ। ਜਦੋਂ ਮੈਂ 에ਅਰਪੋਰਟ ਤੇ ਗਿਆ ਤਾਂ ਉੱਥੇ ਕੋਈ 5-6 ਹੋਰ ਵੀ ਆਏ ਹੋਏ ਸਨ। ਠੀਕ ਹੈ। ਯਾਦ ਹੋਏ ਕਿੱਥੋਂ ਦੇ ਸਨ, ਕੌਣ ਸਨ? ਹਾਂਜੀ, ਉਹ ਗੁਜਰਾਤ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਨ। ਚਲੋ ਠੀਕ ਹੈ। ਇਸਲਾਮਾਬਾਦ ਤੋਂ ਅਸੀਂ ਫਲਾਈ ਕੀਤਾ। ਏਜੰਟ ਵੀ ਸਾਡੇ ਨਾਲ ਸੀ। ਅਸੀਂ ਟੋਟਲ ਕੋਈ 6 ਬੰਦੇ ਟੋਟਲ। ਹਾਂਜੀ। ਅਲਮਾਤਾ ਵਾਸਤੇ ਅਸੀਂ ਫਲਾਈ ਕੀਤਾ, ਡਾਇਰੈਕਟ ਫਲਾਈਟ, ਰਸ਼ੀਅਨ ਐਰੋਫਲੋਟ ਫਲਾਈਟ। ਸਹੀ ਹੋ ਗਿਆ। ਅਲਮਾਤਾ ਜੋ ਹੀ ਅਸੀਂ ਉਤਰੇ, ਅੱਗੇ ਇੱਕ ਹੋਰ ਏਜੰਟ, ਹਾਂਜੀ, ਏਜੰਟ ਦਾ ਚੇਲਾ ਕਹਿ ਲਓ, ਨੁਮਾਇੰਦਾ, ਅਸਿਸਟੈਂਟ, ਉਹ ਖੜਾ ਸੀ। ਅੱਛਾ,
ਉਹ ਸਾਨੂੰ ਲੈ ਗਿਆ ਤਕਰੀਬਨ ਥੋੜਾ ਇਹਨਾਂ ਕੋਈ ਅਸੀਂ ਵਾਕ ਕੀਤਾ ਕੋਈ 10 12 15 ਮਿੰਟ ਅੱਗੇ ਇੱਕ ਰਸ਼ੀਅਨ ਸੀ ਗੱਡੀ ਸਮੇਤ। ਇਹ ਤੁਸੀਂ ਕਜ਼ਾਕਿਸਤਾਨ 'ਚ ਪਹੁੰਚ ਗਏ? ਕਜ਼ਾਕਿਸਤਾਨ ਜਦੋਂ ਉਤਰੇ ਹਾਂ। ਅੱਛਾ, ਹਾਂਜੀ, ਉਤਰਦੇ ਸਾਰੀ ਏਅਰਪੋਰਟ ਤੋਂ ਬਾਹਰ ਨਿਕਲੇ ਹਾਂ 12 ਕੁ ਮਿੰਟ 15 ਮਿੰਟ ਅਸੀਂ ਵਾਕ ਕੀਤੀ ਹੈ। ਹਾਂਜੀ, ਇੱਕ ਜਗ੍ਹਾ ਸੀ ਉੱਥੇ ਗਏ ਆ ਰਸ਼ੀਅਨ ਇੱਕ ਨਾ ਟੈਕਸੀ ਲੈ ਕੇ ਖਲੋਤਾ ਹੋਇਆ ਸੀ, ਵੇਟ ਕਰ ਰਿਹਾ ਸੀ ਤੁਹਾਡਾ ਹੀ ਵੇਟ ਕਰ ਰਿਹਾ ਸੀ ਜੀ। ਅਸੀਂ ਜਨਾਬ 6 ਬੰਦੇ, ਗੁੰਜਾਇਸ਼ 5 ਦੀ ਸੀ ਲੇਕਿਨ ਅਸੀਂ 6 ਬਹਿ ਗਏ। 6 ਬੈ ਗਏ ਸਹੀ। ਹਾਂਜੀ, 6 ਬੰਦੇ। ਟੈਕਸੀ ਚੱਲ ਪਈ, ਤਕਰੀਬਨ 6 ਘੰਟੇ ਟਰੈਵਲ ਤੋਂ ਬਾਅਦ ਅਸੀਂ ਪਹੁੰਚ ਗਏ ਕਿਰਗਿਸਤਾਨ। ਬਿਸ਼ਕੀਕ। ਯਾਨੀ ਕਿ ਕਜ਼ਾਕਿਸਤਾਨ ਤੋਂ ਕਿਰਗਿਸਤਾਨ ਦੂਸਰੀ ਕੰਟਰੀ ਕ੍ਰਾਸ ਕਰ ਲਈ? ਹਾਂਜੀ, ਠੀਕ ਹੈ। 6 ਘੰਟੇ ਦੇ ਇੱਕੋ ਦਿਨ ਜੀ? ਇੱਕੋ ਰਾਤ ਦਾ ਟਾਈਮ ਸੀ। ਅੱਛਾ, ਰਸਤੇ ਨੇ ਪੁੱਛਿਆ ਉੱਥੇ? ਨਹੀਂ, ਰਸਤੇ ਵਿੱਚ ਨਾ ਬਾਰਡਰ ਆ ਗਿਆ ਦਾ ਕਜ਼ਾਕਿਸਤਾਨ ਔਰ ਕਿਰਗਿਸਤਾਨ ਦਾ। ਉਦੋਂ ਵਕਤ ਅੱਛੇ ਸਨ, ਇਹਦਾ ਕੋਈ ਇਨਕੁਆਇਰੀ ਨਹੀਂ? 3 ਜਾਂ 4 ਸਨ ਪੁਲਿਸ ਵਾਲੇ ਖਲੋਤੇ ਹੋਏ ਸਨ, ਉਹ ਵੀ ਆਪਣੇ ਬਾਹਰ ਨਹੀਂ ਨਿਕਲੇ। ਸਹੀ ਹੈ, ਠੰਡ ਸੀ। ਡਰਾਈਵਰ ਲੈ ਗਿਆ ਪਾਸਪੋਰਟ। ਅੱਛਾ, ਵੀਜ਼ਿਆਂ ਤੋਂ ਬਗੈਰ ਹੀ ਪਾਸਪੋਰਟ, ਉਹਦੇ ਵਿੱਚ ਉਹਨੇ $10 ਰੱਖੇ ਸਨ। ਫੀ ਪਾਸਪੋਰਟ? ਜੀ, ਅੱਛਾ। ਟੋਟਲ $10? ਟੋਟਲ $10 ਉਹਨੇ ਜਿਹੜੇ ਉਹ ਸਿਕਿਉਰਿਟੀ ਗਾਰਡ ਨੂੰ ਪੇ ਕੀਤੇ। ਅੱਛਾ। ਤੇ ਉਹ ਜਨਾਬ ਇਸ ਤਰ੍ਹਾਂ ਕਰਕੇ ਉਹਨਾਂ ਨੇ ਪਾਸਪੋਰਟ ਵੀ ਉਹਨਾਂ ਚੈੱਕ ਨਹੀਂ ਕੀਤੇ, ਪਾਸਪੋਰਟ ਸਾਰੇ ਵਾਪਸ ਆ ਗਏ ਬਗੈਰ ਵੀਜ਼ੇ ਤੋਂ। ਅਸੀਂ ਐਂਟਰ ਹੋ ਗਏ ਕਿਰਗਿਸਤਾਨ ਦੇ ਵਿੱਚ। ਕਿਰਗਿਸਤਾਨ ਵਾਸਤੇ ਗਸਤੀ ਨੀਸਾ ਇੱਕ ਹੋਟਲ ਸੀ, ਉੱਥੇ ਅਸੀਂ ਠਹਿਰੇ। ਮਾਸ਼ਾਅੱਲਾ, ਨਾ ਯਾਦ ਜੀ। ਕਿੰਨੇ ਦਿਨ ਰਹੇ ਉੱਥੇ? ਅਸੀਂ ਉੱਥੇ ਕੋਈ 4 ਰਾਤਾਂ ਰਹੇ ਹਾਂ। 4 ਰਾਤਾਂ ਗਸਤੀ ਨੀਸਾ ਹੋਟਲ? ਹਾਂ, ਗਸਤੀ ਨੀਸਾ। ਠੀਕ ਹੈ। ਉਹ 4 ਰਾਤਾਂ ਰਹਿਣ ਦੀ ਵਜ੍ਹਾ ਕੀ ਹੁੰਦੀ ਜੀ? ਕਿ ਬਸ ਅੱਗੋਂ ਕੋਈ ਤਾਲਮੇਲ ਨਹੀਂ ਸੀ ਹੋ ਰਿਹਾ? ਕੀ ਚੱਕਰ ਨਹੀਂ ਸੀ ਹੋ ਰਿਹਾ? ਨਹੀਂ, ਉਹ ਏਜੰਟ ਦਾ ਕੋਈ ਆਪਣਾ ਕੋਈ ਤਰੀਕੇਕਾਰ ਸੀ, ਉਹਨੇ ਰੱਖਣਾ ਸੀ। ਉਹਨੇ ਸਾਨੂੰ ਕਿਸ ਚੀਜ਼ ਦਾ? 4 ਦਿਨ ਉੱਥੇ ਰੱਖਿਆ। 5ਵੇਂ ਦਿਨ ਅਸੀਂ ਸਵੇਰ ਟ੍ਰੇਨ ਤੇ ਬੈਠੇ ਮਾਸਕੋ ਵਾਸਤੇ। ਮਾਸਕੋ? ਕਿਰਗਿਸਤਾਨ ਤੋਂ ਤੁਸੀਂ ਮਾਸਕੋ ਤੁਰ ਗਏ? ਮਾਸਕੋ ਅਸੀਂ ਟ੍ਰੇਨ ਤੇ ਗਏ। ਟ੍ਰੇਨ ਕਮੋਬੇਸ਼ 2 ਰਾਤਾਂ। 2 ਰਾਤਾਂ ਚੱਲੀ? 2 ਰਾਤਾਂ ਔਰ ਤੀਸਰੇ ਦਿਨ ਦੁਪਹਿਰ ਨੂੰ ਅਸੀਂ ਪਹੁੰਚੇ। ਠੀਕ ਹੈ, 2 ਰਾਤਾਂ ਰਸਤੇ 'ਚ ਬਾਰਡਰ ਚੈਕਿੰਗ ਹੋਈ ਕੋਈ ਉੱਥੇ? ਪੁਲਿਸ ਵਾਲੇ ਆਉਂਦੇ ਸਨ, ਪਾਸਪੋਰਟ ਪੁੱਛਦੇ ਸਨ, ਵੀਜ਼ਾ ਨਹੀਂ ਸੀ ਹੁੰਦਾ, ਤੰਗ ਕਰਦੇ ਸਨ, ਪੈਸੇ ਮੰਗਦੇ ਸਨ। ਅੱਛਾ। ਠੀਕ ਹੈ। ਉਹ ਖੈਰ ਜਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ, ਅਸੀਂ ਔਖੇ ਸੌਖੇ ਹੋ ਕੇ ਪਰੇਸ਼ਾਨੀ ਤੇ ਕਾਫੀ ਦੇਖੀ ਰਸਤੇ ਵਿੱਚ। ਸਹੀ ਹੈ। ਅਸੀਂ ਪਹੁੰਚ ਗਏ ਤੇ ਮਾਸਕੋ ਪਹੁੰਚ ਗਏ। ਮਾਸਕੋ ਉਤਰੇ, ਅੱਗੋਂ ਏਜੰਟ ਦਾ ਇੱਕ ਚੇਲਾ ਆਇਆ ਹੋਇਆ ਸੀ। ਠੀਕ ਹੈ। ਹਾਂਜੀ, ਜਿਹੜਾ ਸਾਡਾ ਅਸਲ ਏਜੰਟ ਹੈ ਨਾ, ਅੱਛੀ, ਉਹ ਕਿਰਗਿਸਤਾਨ ਤੋਂ ਅੱਗੇ ਨਹੀਂ ਆਇਆ, ਬਿਸ਼ਕੀਕ ਤੋਂ ਅੱਗੇ ਨਹੀਂ ਗਿਆ। ਸਹੀ ਹੈ। ਉਹਨੇ ਸਾਨੂੰ ਬਿਠਾ ਦਿੱਤਾ ਟ੍ਰੇਨ ਤੇ। ਠੀਕ ਹੈ। ਅਸੀਂ ਅੱਲਾ ਦੇ ਹਵਾਲੇ ਅਸੀਂ ਮਾਸਕੋ ਪਹੁੰਚ ਗਏ। ਅੱਗੋਂ ਬੰਦਾ ਤੈਨੂੰ ਲੈਣ ਆਇਆ? ਹਾਂਜੀ, 2 ਰਾਤਾਂ ਔਰ ਅੱਗੋਂ ਤੀਸਰੇ ਦਿਨ ਦੁਪਹਿਰ ਨੂੰ ਮਾਸਕੋ ਪਹੁੰਚੇ। ਕੋਈ ਯਾਦ ਹੈ ਕਿੰਨੇ ਦੀ ਟਿਕਟ ਸੀ ਟ੍ਰੇਨ ਦੀ? ਉਹਨੇ ਏਜੰਟ ਨੇ ਸਾਰਾ ਖਰਚਾ ਕੀਤਾ। ਅੱਗੇ ਇੱਕ ਰਸ਼ੀਅਨ ਆਇਆ ਹੋਇਆ ਸੀ ਨਾਲ ਲੈਣ, ਲੇਕਿਨ ਬੇਸਿਕਲੀ ਉਹ ਰਸ਼ੀਅਨ ਸਾਡੇ ਪਾਕਿਸਤਾਨੀ ਏਜੰਟ ਦਾ ਕੋਈ ਚੇਲਾ ਕਹਿ ਲਓ, ਨੁਮਾਇੰਦਾ ਕਹਿ ਲਓ, ਜਾਂ ਅਪੁਆਇੰਟਡ ਅਸਿਸਟੈਂਟ, ਉਹ ਵੀ ਆਇਆ ਹੋਇਆ ਸੀ। ਉਹਨਾਂ ਦੋਵਾਂ ਨੇ ਸਾਨੂੰ ਇੱਕ ਫੌਜੀ ਟਰੱਕ ਦੇ ਵਿੱਚ ਬਿਠਾਇਆ। ਕੋਈ ਪੁਰਾਣੇ ਜ਼ਮਾਨੇ ਜੰਗੇ ਅਜ਼ੀਮ ਫਸਟ ਜਾਂ ਦੋਮ ਦੇ ਵੇਲੇ ਦਾ ਟਰੱਕ ਸੀ, ਖਟਾਰਾ ਟਰੱਕ। ਹਾਂਜੀ, ਉਹਦੇ ਵਿੱਚ ਬਿਠਾਇਆ ਤੇ ਅਸੀਂ ਉੱਥੇ ਬੰਦੇ ਜ਼ਿਆਦਾ ਹੋ ਗਏ, ਕੋਈ 25-26 ਹੋ ਗਏ। 25 ਹੋ ਗਏ, ਘਰੋਂ 6 ਨਿਕਲੇ ਤੇ ਤੁਸੀਂ ਉੱਥੇ ਪਹੁੰਚ ਗਏ 25-26 ਹੋ ਗਏ। ਜੀ ਜੀ। ਉਹ ਇਸ ਤਰ੍ਹਾਂ ਕਰਕੇ ਸਾਨੂੰ ਮਾਸਕੋ ਦੇ ਇੱਕ ਦੂਸਰੇ ਸਟੇਸ਼ਨ ਤੇ, ਅਸੀਂ ਉੱਥੇ ਮਾਸਕੋ ਦਾ ਦੂਸਰਾ ਟ੍ਰੇਨ ਸੀ, ਸਟੇਸ਼ਨ ਸੀ ਰੇਲਵੇ ਸਟੇਸ਼ਨ। ਉੱਥੋਂ ਅਸੀਂ ਮਿੰਸਕ ਵਾਸਤੇ ਨਾ ਅਸੀਂ ਬੈਠੇ ਔਰ ਸਾਡੀਆਂ ਟਿਕਟਾਂ ਉਸ ਜਿਹੜਾ ਚੇਲਾ ਸੀ ਏਜੰਟ ਸਾਡੇ ਦਾ, ਪਾਕਿਸਤਾਨੀ ਸੀ, ਰਾਵਲਪਿੰਡੀ ਦਾ ਨਾਂ ਸੀ, ਮੇਰੇ ਜ਼ੇਨ ਚੋਂ ਨਾਂ ਉਤਰ ਗਿਆ। ਠੀਕ ਹੈ। ਉਹਨੇ ਟਿਕਟਾਂ ਬਾਈ ਕੀਤੀਆਂ ਸਾਡੇ ਵਾਸਤੇ। ਅਸੀਂ ਮਿੰਸਕ ਪੂਰੀ ਰਾਤ ਟ੍ਰੇਨ ਚੱਲੀ, ਮਾਸਕੋ ਤੋਂ ਮਿੰਸਕ ਪੂਰੀ ਰਾਤ ਦਾ ਇੱਕ ਟਰੈਵਲ ਹੈ। ਬੇਲਾਰੂਸ ਦਾ ਸ਼ਹਿਰ? ਹਾਂਜੀ, ਮਿੰਸਕ ਕੈਪੀਟਲ ਹੈ ਬੇਲਾਰੂਸ ਦਾ। ਹਾਂਜੀ, ਪਹੁੰਚ ਗਏ ਫਿਰ ਤੁਸੀਂ? ਜੀ। ਕਿੰਨੇ ਘੰਟੇ ਟ੍ਰੇਨ ਚੱਲੀ? ਪੂਰੀ ਰਾਤ, ਤਕਰੀਬਨ ਕੋਈ 8 ਘੰਟੇ ਲਗਾਤਾਰ ਰਾਤ ਦਾ ਸਫ਼ਰ ਕੀਤਾ। ਤੁਸੀਂ ਮਿੰਸਕ ਪਹੁੰਚ ਗਏ? ਸਵੇਰ ਅਸੀਂ ਮਿੰਸਕ ਪਹੁੰਚ ਕੇ, ਐਕਚੁਅਲੀ ਮਿੰਸਕ ਤੋਂ ਨਾ ਅਸੀਂ 2 ਸਟੇਸ਼ਨ ਪਹਿਲੇ ਉਤਰ ਗਏ, ਛੋਟੇ ਸਟੇਸ਼ਨ। ਉੱਥੇ ਚੁੱਕੇ ਚੈਕਿੰਗ ਵਗੈਰਾ ਦਾ ਇੰਤਜ਼ਾਮ ਨਹੀਂ ਸੀ, ਉੱਥੇ ਪਹੁੰਚ ਗਏ। ਅੱਛਾ, ਥੈਂਕ ਯੂ। ਉੱਥੋਂ ਸਰ ਆਇਆ ਹੋਇਆ ਸੀ ਅਸਿਸਟੈਂਟ ਏਜੰਟ ਦਾ, ਉਹਨੇ ਸਾਨੂੰ ਇੱਕ ਟਰੱਕ 'ਚ ਬਿਠਾਇਆ, ਉੱਤੇ ਸਾਡੇ ਤਰਪਾਲ ਪਾ ਦਿੱਤੀ। ਅੱਛਾ, ਫੁੱਲ ਸਰਦੀ 'ਚ? ਫੁੱਲ ਸਰਦੀ ਸੀ, ਉੱਤੇ ਤਰਪਾਲ ਪਾ ਦਿੱਤੀ। ਇਸ ਤਰ੍ਹਾਂ ਪਤਾ ਲੱਗ ਰਿਹਾ ਸੀ ਜਿਸ ਤਰ੍ਹਾਂ ਅੰਦਰ ਕੋਈ ਸਮਾਨ ਹੈ। ਉਹ ਸਰ ਸਾਨੂੰ ਇੱਕ ਡੇਰੇ ਤੇ, ਸਿਟੀ ਦੇ ਅੰਦਰ ਹੀ ਕੋਈ ਫਲੈਟ ਸੀ, ਡੇਰਾ ਟਾਈਪ ਕਹਿ ਲਓ, ਉੱਥੇ ਅਸੀਂ ਤਕਰੀਬਨ 2 ਮਹੀਨੇ ਰਹੇ।
ਠੀਕ ਹੈ ਜੀ। ਜਦੋਂ ਤੁਸੀਂ ਉੱਥੇ ਪਹੁੰਚੇ ਹੋ ਘਰੋਂ ਨਿਕਲੇ ਕਿੰਨੇ ਦਿਨ ਹੋ ਗਏ ਟੋਟਲ? ਇਹ ਜਦੋਂ ਅਸੀਂ ਮਿੰਸਕ ਪਹੁੰਚੇ ਆ ਨਾ ਜੀ, ਉਦੋਂ ਸਾਨੂੰ ਕਮੋਬੇਸ਼ 8 ਦਿਨ ਹੋ ਚੁੱਕੇ ਸਨ। 8 ਦਿਨ ਬਾਅਦ ਅਸੀਂ ਮਿੰਸਕ ਪਹੁੰਚ ਗਏ। ਮਿੰਸਕ ਅਸੀਂ ਇੱਕ ਘਰ ਦੇ ਵਿੱਚ ਕਮੋਬੇਸ਼ 2 ਮਹੀਨੇ ਰਹੇ, ਅੰਦਰ ਹੀ ਰਹੇ। ਖਾਂਦੇ ਪੀਂਦੇ ਕੀ ਰਹੇ? ਆਲੂ ਔਰ ਬੰਦ ਗੋਭੀ, 2 ਹੀ ਚੀਜ਼ਾਂ। ਇਸ ਦੌਰਾਨ ਇੱਕ ਦਫਾ ਪੂਰੀ ਆਟੇ ਦੀ 1 ਬੋਰੀ ਸਾਨੂੰ ਦੇ ਗਿਆ ਸੀ ਏਜੰਟ। ਉਹਨੇ 20 ਕਿਲੋ ਦੀ? ਉਹਨੇ ਕੁਝ 40 ਕਿਲੋ ਦੀ ਹੋਣੀ ਕਮੋਬੇਸ਼, ਕਿਉਂਕਿ ਬੰਦੇ ਜ਼ਿਆਦਾ ਸਨ। ਕਮੋਬੇਸ਼ 22-24 ਬੰਦੇ ਸਨ। ਅੱਛਾ। ਇਸ ਵਾਰ ਉਹ ਬੋਰੀ ਜਲਦੀ ਖਤਮ ਹੋ ਗਈ। ਅੱਛਾ। ਖਾਲੀ ਆਟਾ ਦੇ ਨਾਲ ਕੀ ਹੋਰ? ਆਲੂ, ਆਟਾ ਤੇ ਗੋਭੀ ਜਿਹੜੀ ਉਹ 2 ਮਹੀਨੇ ਤੋਂ ਸਿਰਫ ਇਹੀ ਖਾਦਾ? ਇਹੀ ਖਾਦਾ। ਪਾਣੀ ਟੂਟੀਆਂ ਦੇ ਪੀਂਦੇ ਹੋ ਨਾਰਮਲ? ਜੀ ਸਾਫ ਸੁਥਰਾ ਪਾਣੀ। ਇੱਕ ਦਿਨ ਅਚਾਨਕ 2 ਮਹੀਨੇ ਬਾਅਦ 2 ਮਹੀਨੇ ਬਾਅਦ ਅਚਾਨਕ ਇੱਕ ਬੰਦਾ ਅਸਿਸਟੈਂਟ ਆਇਆ। ਪਹਿਲੀ ਦਫਾ ਅਸੀਂ ਦੇਖਿਆ ਅਸਿਸਟੈਂਟ ਪਾਕਿਸਤਾਨੀ। ਪਾਕਿਸਤਾਨੀ ਆਇਆ ਜੀ? ਪਾਕਿਸਤਾਨੀ। ਉਹਨੇ ਕਿਹਾ ਡੰਕੀ ਲੱਗਣ ਵਾਲੀ ਹੈ, ਫਟਾਫਟ ਤਿਆਰ ਹੋ ਜਾਓ। 15 ਮਿੰਟ ਬਾਅਦ ਨਾਲ ਅਸੀਂ ਤੁਹਾਡੀ ਡੰਕੀ ਹੈ। ਉਹ 15 ਮਿੰਟ ਨਹੀਂ ਗੁਜ਼ਰੇ, 5 ਮਿੰਟ ਬਾਅਦ ਹੀ ਉਹਨੇ ਕਿਹਾ ਜਲਦੀ ਕਰੋ ਜਲਦੀ ਕਰੋ। ਬੰਦਿਆਂ ਨੇ ਆਰਸ਼ਾ ਉੱਥੇ ਛੱਡੀ, ਭੱਜ ਕੇ ਟਰੱਕ 'ਚ ਬੈਠ ਕੇ ਸਾਰੇ ਵਿਚਾਰੇ ਬੈਠੇ ਗਏ ਹਨ ਉੱਥੇ। ਜੀ ਘਰ ਖਾਲੀ ਹੋ ਗਿਆ। ਅਸੀਂ ਉਹ ਟਰੱਕ ਸਾਨੂੰ ਇੱਕ ਜੰਗਲ 'ਚ ਲੈ ਗਿਆ। ਜੰਗਲ 'ਚ ਲੈ ਗਏ? ਇਹ ਮਿੰਸਕ ਦੇ ਵਿੱਚ ਕਿ ਬੈਲਾਰੂਸ 'ਚ ਲੈ ਗਏ? ਉਹਦੇ ਰੋਦਨਾ ਜਾ ਕੇ? ਨਹੀਂ, ਅਸੀਂ ਮਿੰਸਕ ਤੋਂ ਬਾਹਰ ਕਮੋਬੇਸ਼ ਕੋਈ 25-30 ਕਿਲੋਮੀਟਰ ਆਊਟਸਾਈਡ ਮਿੰਸਕ। ਅੱਛਾ। ਜੰਗਲ ਦੇ ਵਿੱਚ ਉਹਨੇ ਉਤਾਰਿਆ ਸਾਨੂੰ। ਸਹੀ ਹੈ। ਉੱਥੇ ਅਸੀਂ ਕਮੋਬੇਸ਼ ਇੱਕ ਪੂਰੇ ਕੋਈ 8-10 ਘੰਟੇ ਅਸੀਂ ਉੱਥੇ ਬੈਠੇ ਰਹੇ, ਸਰਦੀ ਵਿੱਚ, ਠੰਡ ਵਿੱਚ। ਹਾਂਜੀ, ਵਿੱਚ ਕੋਈ ਪਾਕਿਸਤਾਨੀ ਫੈਮਲੀਆਂ ਵੀ ਹੈ ਸਨ। ਹਾਂਜੀ, ਔਰਤਾਂ ਸਨ, ਪਾਕਿਸਤਾਨੀ ਸਨ, ਕੁਛ ਇੰਡੀਅਨ ਵੀ ਸਨ। ਅੱਛਾ। ਤਕਰੀਬਨ ਅੱਧੀ ਰਾਤ ਨੂੰ ਰਸ਼ੀਅਨ ਆਏ। ਅੱਛਾ। ਉਹਨਾਂ ਨੇ ਸਾਨੂੰ ਡੰਗੀ ਲਗਵਾਈ। ਹਾਂਜੀ। ਅਸੀਂ ਤਕਰੀਬਨ ਕਿਹੜੀ ਜਗ੍ਹਾ ਤੇ ਗਏ ਸੋ ਡੰਗੀ ਲਾ? ਇਹ ਸਾਨੂੰ ਉਸ ਟਾਈਮ ਤੇ ਕੁਝ ਪਤਾ ਨਹੀਂ ਸੀ ਕਿੱਧਰ ਜਾ ਰਹੇ ਹਾਂ। ਅੱਛਾ ਜੀ। ਲੇਕਿਨ ਬਾਅਦ ਵਿੱਚ ਸਾਨੂੰ ਪਤਾ ਕਿ ਲੱਗਾ ਕਿ ਅਸੀਂ ਜਾ ਕੇ ਅਸੀਂ ਉੱਥੋਂ ਨਾ ਨਹੀਂ, ਜਦੋਂ ਅਸੀਂ ਫੜੇ ਗਏ ਨਾ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਹਾਂਜੀ ਸਾਡੀ ਡੰਕੀ ਐਗਜ਼ੈਕਟ ਬਾਰਡਰ ਤੇ ਜਿਹੜਾ ਬਾਰਡਰ ਹੈ ਨਾ ਜੀ ਪੋਲੈਂਡ ਦਾ। ਹਾਂਜੀ, ਬੈਲਾਰੂਸ ਦਾ ਤੇ ਪੋਲੈਂਡ ਦਾ ਬਾਰਡਰ। ਹਾਂਜੀ, ਬਾਰਡਰ। ਅਸੀਂ ਉੱਥੇ ਫੜੇ ਗਏ। ਅੱਛਾ। 2 ਮਹੀਨੇ ਬਾਅਦ ਫੜੇ ਗਏ? ਜੀ, ਡੰਕੀ ਲਗਾਈ। ਅੱਛਾ। ਫੜੇ ਗਏ। ਤੇ ਫੌਜ ਨੇ ਕੀ ਤੁਹਾਡੇ ਨਾਲ ਬਿਹੇਵੀਅਰ ਕੀਤਾ ਸੀ? ਉਹਨਾਂ ਤੁਹਾਨੂੰ ਫੜ ਕੇ ਛੱਡ ਛੜਿਆ ਕਿ ਮਾਰਿਆ? ਨਹੀਂ, ਮਾਰਿਆ ਕੁੱਟਿਆ ਕੋਈ ਨਹੀਂ। ਉਹਨਾਂ ਨੇ ਸਾਨੂੰ ਕਮੋਬੇਸ਼ ਕੋਈ 7-8 ਦਿਨ ਆਪਣੇ ਕੈਂਪ 'ਚ ਰੱਖਿਆ। ਖਾਣਾ ਸ਼ਾਣਾ ਦਿੰਦੇ ਰਹੇ? ਖਾਣਾ ਸਾਣਾ ਉਬਲੀ ਹੋਈ ਕਣਕ ਸਿਰਫ? ਹਾਂਜੀ, ਉਬਲੀ ਹੋਈ ਕਣਕ। ਅੱਛਾ। ਔਰ ਨਾਲ 2-2 ਪੀਸ ਕਾਲੀ ਬ੍ਰੈਡ। 2-2 ਪੀਸ ਉਹ ਦਿੰਦੇ ਸਨ ਸੁਬਾਹ ਔਰ ਸ਼ਾਮ। ਇੱਕ ਟਾਈਮ ਸੁਬਾਹ ਸ਼ਾਮ, ਦੁਪਹਿਰ ਨੂੰ ਕੋਈ ਖਾਣਾ ਨਹੀਂ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਟਿਕਟਾਂ ਲੈ ਕੇ ਦਿੱਤੀਆਂ ਮਿਲਟਰੀ ਨੇ। ਅੱਛਾ। ਨਾ ਸੌਰੀ ਟਿਕਟਾਂ ਨਹੀਂ, ਵਿਦਆਊਟ ਟਿਕਟ। ਉਹਨਾਂ ਨੇ ਸਾਨੂੰ ਰੇਲਵੇ ਸਟੇਸ਼ਨ ਤੇ ਉਤਾਰ ਦਿੱਤਾ। ਠੀਕ ਹੈ। ਤੇ ਕਿਹਾ ਕਿ ਇਹ ਦੇਖ ਰਹੇ ਹੋ, ਇਹ ਟ੍ਰੇਨ ਆਉਣ ਵਾਲੀ ਹੈ, ਇਹ ਮਾਸਕੋ ਜਾ ਰਹੀ ਹੈ, ਤੁਸੀਂ ਇਹਦੇ ਵਿੱਚ ਸਵਾਰ ਹੋਣਾ ਤੇ ਜਾਣਾ। ਅੱਛਾ। ਹਰ ਟ੍ਰੇਨ ਆਈ, ਅਸੀਂ ਸਾਰੇ ਬੈਠ ਕੇ ਅੱਗੋਂ ਜਦੋਂ ਆਇਆ ਬਾਰਡਰ ਬੈਲਾਰੂਸ ਦਾ ਔਰ ਰਸ਼ੀਆ ਦਾ, ਉੱਥੇ ਸਾਨੂੰ ਉਤਾਰ ਦਿੱਤਾ ਇਹਨੇ ਟ੍ਰੇਨ ਨੇ। ਮਿਲਟਰੀ ਦੇ ਅੰਡਰ ਮਿਲਟਰੀ ਕਸਟਡੀ 'ਚ ਕਮੋਬੇਸ਼ 8 ਦਿਨ ਰਹੇ ਹਾਂ। ਠੀਕ ਹੈ ਜੀ। ਇਹਨਾਂ ਟ੍ਰੇਨ ਤੇ ਬਿਠਾਇਆ ਤੈਨੂੰ? ਟ੍ਰੇਨ ਨੇ ਤੈਨੂੰ ਜਗਲਾ ਹੜਿਆ? ਬਾਰਡਰ 'ਤੇ ਉਤਾਰਿਆ। ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ। ਇਹ ਕਿਹੜੇ ਸ਼ਹਿਰ ਦੀ ਗੱਲ ਹੈ? ਇਹ ਸ਼ਹਿਰ ਦਾ ਮੈਨੂੰ ਨਾਂ ਯਾਦ ਨਹੀਂ, ਲੇਕਿਨ ਉਹ ਕਾਫੀ ਵੱਡਾ ਸ਼ਹਿਰ ਸੀ ਜਿਹੜਾ ਕਿ ਬੈਲਾਰੂਸ ਔਰ ਰਸ਼ੀਆ ਦੇ ਬਾਰਡਰ ਦੇ ਉੱਤੇ ਸੀ। ਉਹ ਸ਼ਹਿਰ ਅੱਧੇ ਤੋਂ ਜ਼ਿਆਦਾ ਬੈਲਾਰੂਸ ਵਿੱਚ ਸੀ। ਉਹਦਾ ਕੁਝ ਥੋੜਾ ਹਿੱਸਾ ਰਸ਼ੀਆ ਦੇ ਵਿੱਚ ਸੀ। ਉੱਥੇ ਸਾਨੂੰ 1-2 ਪਾਕਿਸਤਾਨੀ ਮਿਲੇ, ਉੱਥੇ ਰਹਿ ਰਹੇ ਸਾਨੂੰ। ਰਸ਼ੀਅਨ ਔਰਤਾਂ ਦੇ ਨਾਲ ਸ਼ਾਦੀਆਂ ਕੀਤੀਆਂ ਸਨ ਤੇ ਉੱਥੇ ਹੀ ਉਹ ਰਹਿ ਰਹੇ ਸਨ। ਉਹਨਾਂ ਨੇ ਕੁਝ ਖਾਣ ਪੀਣ ਦਾ ਸਾਨੂੰ ਸਮਾਨ ਦਿੱਤਾ, ਖਾਓ ਪੀਓ।
ਉਹਨਾਂ ਕਿਹਾ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ, ਇੰਨੀ ਮਦਦ ਕਰ ਸਕਦੇ ਆ, ਅਸੀਂ ਤੁਹਾਨੂੰ ਖਾਣ ਪੀਣ ਦਾ ਕੁਝ ਉਹਨਾਂ ਨੇ ਸਮਾਨ ਸਾਨੂੰ ਦਿੱਤਾ ਸਾਡੀ ਜਿਆ। ਤੁਸੀਂ ਆਪਣੇ ਉਹ ਜਿਹੜਾ ਏਜੰਟ ਵਗੈਰਾ ਸੀ ਸਿਸਟਮ ਸਭ ਕੋ ਵੱਖਰੇ ਹੋਏ ਸੋ? ਕੋਈ ਰਾਬਤਾ ਨਹੀਂ ਕੋਈ ਕਿਸੇ ਰਾਬਤਾ ਨਹੀਂ ਏਜੰਟ ਉਹਨਾਂ ਨਾਲ। ਕੋਲ, ਕੋਈ ਪਤਾ ਨਹੀਂ ਉਹਨਾਂ ਨੂੰ ਕਿੱਥੇ ਹੋ ਤੁਸੀਂ, ਤੁਹਾਨੂੰ ਨਹੀਂ ਪਤਾ ਕਿੱਥੇ? ਅੱਛਾ, ਉਹ ਜੋ ਕਿ ਫੋਨ ਦਾ ਜ਼ਮਾਨਾ ਨਹੀਂ ਸੀ ਹੁੰਦਾ। ਉਸ ਤੋਂ ਬਾਅਦ ਅਸੀਂ ਕਿਸੇ ਤਰੀਕੇ ਨਾਲ ਨਾ ਔਖਿਆਂ ਸੌਖਿਆਂ ਹੋ ਕੇ ਬਗੈਰ ਟਿਕਟ ਤੋਂ ਮਾਸਕੋ ਪਹੁੰਚ ਗਏ। ਪਹੁੰਚ ਗਏ ਬਗੈਰ? ਹਾਂਜੀ, ਬਗੈਰ ਟਿਕਟ ਤੋਂ ਮਾਸਕੋ ਪਹੁੰਚ ਗਏ। ਮਾਸਕੋ ਪਹੁੰਚ ਗਏ। ਉਹ ਜਾਣ ਦਾ ਜੇ ਆਈਡੀਆ ਕਿਸ ਤਰ੍ਹਾਂ ਆਇਆ ਸੀ? ਡਿਸਾਈਡ ਇਹ ਕੀਤਾ ਅਸੀਂ ਕਿੱਥੇ ਜਾਣਾ ਹੈ। ਸਹੀ ਹੈ। ਤੇ ਮਾਸਕੋ ਕੀ ਜਾਣਾ? ਮਾਸਕੋ ਜਾਂਦੇ ਆ, ਵੱਡਾ ਸ਼ਹਿਰ ਹੈ, ਉੱਥੋਂ ਜਾਂ ਤਾਂ ਪਾਕਿਸਤਾਨ ਚਲੇ ਜਾਵਾਂਗੇ ਸਹੀ ਹੈ। ਜਾਂ ਹੋ ਸਕਦਾ ਕੋਈ ਸਾਡਾ ਕੋਈ ਅਦਾਰਾ ਸਾਡੀ ਹੈਲਪ ਕਰੇ ਕਰੇ। ਅੱਛਾ, ਕਿ ਇੱਥੇ ਅਸੀਂ ਬੇਯਾਰੋ ਮਦਦਗਾਰ ਹਾਂ। ਬੈਲਾਰੂਸ ਚ? ਜੀ ਹਾਂ, ਬੈਲਾਰੂਸ ਦੇ ਬਾਰਡਰ ਤੇ। ਸਹੀ ਹੈ। ਔਖੇ ਸੌਖੇ ਹੋ ਕੇ ਅਸੀਂ ਮਾਸਕੋ ਪਹੁੰਚੇ? ਜਦੋਂ ਅਸੀਂ ਮਾਸਕੋ ਪਹੁੰਚੇ, ਬਾਹਰ ਨਿਕਲੇ ਅੱਛਾ, ਸਟੇਸ਼ਨ ਤੋਂ, ਹੁਣ ਕੁਛ ਪਤਾ ਨਹੀਂ ਸੀ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ। ਕੀ ਅਸੀਂ ਕਰਨਾ ਹੈ। ਸਹੀ ਹੈ। ਉਹ ਇੱਕ ਦੋ ਲੜਕੇ ਸਿਆਣੇ ਸਨ, ਉਹਨਾਂ ਨੇ ਕਿਹਾ ਜੀ ਕਿਸੇ ਤਰੀਕੇ ਨਾਲ ਨਾ ਪਾਕਿਸਤਾਨ ਏਜੰਟ ਨਾਲ ਰਾਬਤਾ ਕਰੀਏ, ਉਹਨੂੰ ਸੂਰਤ ਹਾਲ ਦੱਸੀਏ ਕਿ ਅਸੀਂ ਮਾਸਕੋ ਵਿੱਚ ਹਾਂ। ਹਾਂ ਹਾਂ। ਅੱਛਾ, ਹੁਣ ਮਸਲਾ ਇਹ ਸੀ ਕਿ ਕਿਸੇ ਮੁੰਡੇ ਕੋਲੋਂ, ਉਦੋਂ ਸਾਰੇ ਮੁੰਡੇ ਖੜੇ ਹੀ ਸਨ, ਹਾਂ, ਪੈਸੇ ਕੋਈ ਨਾ, ਕਾਰਡ ਲੈਣਾ, ਫੋਨ ਕਰਨਾ, ਇਹ ਸਾਰਾ ਇੱਕ ਪੂਰਾ ਪੈਸੇ ਪ੍ਰੋਸੈਸ। ਫੌਜ ਨੇ ਖੋਲੇ ਸਨ ਸਾਡੇ ਕੋਲ? ਹਾਂਜੀ ਹਾਂ, ਆਰਮੀ ਨੇ ਨਾ ਸਾਡੇ ਕੋਲੋਂ ਬੈਲਾਰੂਸ ਡਿਟੇਲਡ ਤਲਾਸ਼ੀ ਦੇ ਦੌਰਾਨ ਉਹਨਾਂ ਸਾਡੇ ਕੋਲੋਂ ਪੈਸੇ ਮਾਸਕੋ ਜਦੋਂ ਪਹੁੰਚੇ ਬਾਹਰ ਫੋਨ ਤਾਂ ਕੀਤਾ ਫਿਰ ਔਖਾ ਸੀ? ਹਾਂਜੀ, ਬਾਹਰ ਨਿਕਲੇ ਤੇ ਕਿ ਸਰਦਾਰ ਆਉਣ ਲੱਗਿਆ। ਅੱਛਾ, ਸਰਦਾਰ ਆਉਣ ਲੱਗਿਆ। ਹਾਂਜੀ, ਉਹਨੂੰ ਸਤਿ ਸ੍ਰੀ ਅਕਾਲ ਕਰਕੇ ਦੱਸਿਆ ਜੀ ਸਾਨੂੰ ਨਾ ਫੋਨ ਕਰਾ ਦਿਓ ਇੱਕ, ਪਲੀਜ਼ ਰਿਕੁਐਸਟ ਕੀਤੀ। ਸਰਦਾਰ ਬੰਦਾ ਅੱਛਾ ਸੀ, ਸਟੂਡੈਂਟ ਸੀ ਸ਼ਾਇਦ। ਅੱਛਾ, ਉਹਨੇ ਸਾਨੂੰ ਕਾਰਡ ਲੈ ਦਿੱਤਾ। ਕਾਰਡ ਲੈ ਦਿੱਤਾ? ਉਹਨੇ ਕਿਹਾ ਇਹ ਤੇ ਕਾਰਡ ਤੇ ਦੇਈ ਤੁਹਾਨੂੰ ਗੱਲ ਜ਼ਿਆਦਾ ਹੋ ਜਾਏਗੀ। ਕਾਰਡ ਤੇ ਸਾਡਾ ਏਜੰਟ ਨਾਲ ਰਾਬਤਾ ਹੋਇਆ, ਹੋ ਗਿਆ। ਸਹੀ ਹੈ। ਆਛੀ ਨਾਲ, ਆਸਫ ਉਰਫ ਆਛੀ, ਗੁਜਰਾਤ ਦਾ ਏਜੰਟ ਦਾ ਰਾਬਤਾ ਹੋ ਗਿਆ। ਜਿਸ ਤਰ੍ਹਾਂ ਮੈਂ ਦੱਸ ਚੁੱਕਿਆ, ਮੱਲਾ ਨੂਰਪੁਰੇ ਦਾ। ਹੁਣ ਤੇ ਫੋਤ ਹੋ ਗਿਆ, ਬੰਦਾ ਅੱਛਾ ਸੀ, ਅੱਲਾਹ ਪਾਕ ਉਹਦੇ ਵਾਸਤੇ ਦੁਆਏ, ਉਹਦੀਆਂ ਮੁਸ਼ਕਲਾਂ ਆਸਾਨ ਫਰਮਾਏ। ਅੱਛਾ, ਆਛੀ ਨੇ ਕਿਹਾ, ਹਾਂਜੀ ਆਛੀ ਨੇ ਕਿਹਾ ਤੁਸੀਂ ਉੱਥੇ ਵੇਟ ਕਰੋ ਘੰਟੇ। ਇੱਥੇ ਵੇਟ ਕਰੋ? ਹਾਂਜੀ, ਉੱਥੇ ਸਟੇਸ਼ਨ ਤੇ ਵੇਟ ਕਰੋ। ਅੱਛਾ, ਵਾਪਸ ਚਲੇ ਜਾਓ ਸਟੇਸ਼ਨ ਤੇ। ਸਹੀ ਹੈ। ਤੇ ਬੈਠੋ, ਵੇਟ ਕਰੋ, ਖਤਰੇ ਵਾਲੀ ਕੋਈ ਗੱਲ ਨਹੀਂ। ਸਹੀ ਹੈ। ਪੁਲਿਸ ਤੁਹਾਨੂੰ ਕੁਝ ਵੀ ਨਹੀਂ ਕਹਿੰਦੀ, ਹੋਰ ਵੀ ਬੰਦੇ ਬੈਠੇ ਹੋਣਗੇ, ਤੁਸੀਂ ਵੀ ਬੈਠ ਜਾਓ ਬੈਂਚਾਂ ਤੇ ਵੇਟਿੰਗ ਹਾਲ ਦੇ ਵਿੱਚ, ਹੈ ਜੀ। ਬਾਹਰ ਠੰਡੇ ਸਰਦੀ ਹੈ ਤੇ ਏਜੰਟ ਆਵੇਗਾ, ਤੁਹਾਨੂੰ ਪਛਾਣ ਲੇਗਾ ਆਪੇ ਹੀ। ਠੀਕ ਹੈ। ਉਹ ਜਨਾਬ ਅਸੀਂ ਉੱਥੇ ਬੈਠ ਗਏ, ਸਟੇਸ਼ਨ ਤੇ ਵਾਪਸ ਆ ਗਏ। ਘੰਟਾ, 2 ਘੰਟੇ, 3 ਘੰਟੇ, 5 ਘੰਟੇ, 6 ਘੰਟੇ ਬਾਅਦ ਬੰਦਾ ਆ ਗਿਆ। ਚਲੋ ਸ਼ੁਕਰ। ਅੱਛਾ, ਉਹਨੇ ਸਭ ਤੋਂ ਪਹਿਲੇ ਸਾਨੂੰ ਰੋਟੀ ਖਵਾਈ। ਅੱਛਾ, ਫਿਰ ਉਹਨੇ ਆਪਣੇ ਕੋਲੋਂ ਟਿਕਟਾਂ ਲੈ ਕੇ ਦਿੱਤੀਆਂ। ਕਿੱਥੋਂ ਦੀਆਂ? ਇਹ ਮਿੰਸਕ ਦੀਆਂ। ਮਿੰਸਕ ਦੀਆਂ? ਦੁਬਾਰਾ ਅਸੀਂ ਜਨਾਬ ਮਿੰਸਕ ਆ ਗਏ। ਅੱਛਾ ਅੱਛਾ, ਤੁਹਾਡੇ ਜਦੋਂ ਮਿੰਸਕ ਤੋਂ ਤੁਸੀਂ ਮਾਸਕੋ ਲੱਗੇ ਉਦੋਂ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਕਿ ਜਾਣ ਦਾ ਰਾਬਤਾ ਕਰ ਲਵੋ, ਤੁਸੀਂ ਉੱਥੇ ਹੀ ਰਾਬਤਾ ਕਰ ਲੈਂਦੇ? ਨਹੀਂ, ਅਸੀਂ ਬੜੀ ਕੋਸ਼ਿਸ਼ ਕੀਤੀ ਹੈ, ਉੱਥੇ ਨਹੀਂ ਹੋ ਉੱਥੋਂ ਸਾਨੂੰ ਕਾਰਡ ਵੀ ਨਹੀਂ ਸੀ ਮਿਲਿਆ। ਅੱਛਾ ਅੱਛਾ ਅੱਛਾ। ਪਲੱਸ ਕੋਈ ਇੰਡੀਅਨ ਪਾਕਿਸਤਾਨੀ ਵੀ ਨਹੀਂ ਮਿਲਿਆ। ਹੈਲਪ ਕਰੇ? ਹਾਂਜੀ, ਬਾਰਡਰ ਉੱਤੇ ਨਾ ਜਿਹੜਾ ਸ਼ਹਿਰ ਹੈ ਨਾ, ਮੇਰੇ ਜ਼ਿਹਨ ਚੋਂ ਨਾਂ ਨਿਕਲ ਗਿਆ, ਉੱਥੇ ਸਾਨੂੰ ਇੱਕ ਪਾਕਿਸਤਾਨੀ ਮਿਲਿਆ। ਅੱਛਾ, ਉਹਨੇ ਸਾਡੀ ਇੰਨੀ ਮਦਦ ਕੀਤੀ ਕਿ ਉਹਨੇ ਸਾਨੂੰ ਰੋਟੀ ਪਾਣੀ ਜਿਹੜਾ ਨਾ ਖਵਾ ਦਿੱਤਾ ਹੈ ਜੀ। ਠੀਕ ਹੈ, ਜਿਹੜਾ ਅਸਿਸਟੈਂਟ ਸੀ ਨਾ, ਉਹਨੇ ਸਾਨੂੰ ਖਾਣਾ ਖਵਾਇਆ, ਟਿਕਟਾਂ ਵੀ ਲੈ ਕੇ ਦਿੱਤੀਆਂ। ਸਾਰੀ ਰਾਤ ਸਫ਼ਰ ਕੀਤਾ, ਅਸੀਂ ਦੁਬਾਰਾ ਮਿੰਸਕ ਆ ਗਏ। ਮਿੰਸਕ ਇਸੇ ਤਰ੍ਹਾਂ 2 ਸਟੇਸ਼ਨ ਪਹਿਲੇ ਅੱਛਾ ਉਤਰ ਗਏ। ਇੱਕ ਮੇਰੇ ਜ਼ਿਹਨ ਚੋਂ ਨਾਂ ਨਿਕਲ ਗਿਆ, ਰਾਵਲਪਿੰਡੀ ਦਾ ਇੱਕ ਬੰਦਾ ਸੀ, ਚਾਚਾ ਮੂਦਾ ਜੀ, ਉਹ ਖੜਾ ਸੀ। ਅੱਛਾ, ਨਾਲ ਉਹਦੇ ਇੱਕ ਰਸ਼ੀਅਨ ਸੀ। ਉਹਨਾਂ ਨੇ ਇੱਕ ਪੁਰਾਣਾ ਖਟਾਰਾ ਟਰੱਕ, ਉਹਦੇ 'ਚ ਸਾਨੂੰ ਬਿਠਾਇਆ, ਉੱਤੇ ਤਰਪਾਲ ਦਿੱਤੀ। ਅੱਛਾ, ਸ਼ੋਅ ਇਹ ਹੋ ਰਿਹਾ ਸੀ ਕਿ ਕੋਈ ਸਮਾਨ ਲੱਦਿਆ। ਸਾਨੂੰ ਇੱਕ ਡੇਰਾ ਟਾਈਪ ਕਾਰ ਸੀ ਮਿੰਸਕ ਤੋਂ ਬਾਹਰ, ਉੱਥੇ ਲੈ ਗਏ, ਦੁਬਾਰਾ ਉੱਥੇ ਲੈ ਗਏ। ਅੱਛਾ, ਉੱਥੇ ਉਸ ਤੋਂ ਬਾਅਦ ਕੋਈ ਹਫ਼ਤੇ ਬਾਅਦ, 6 ਦਿਨ ਬਾਅਦ ਦੁਬਾਰਾ ਟੰਕੀ ਲੱਗ ਗਈ। ਔਰ ਇਸ ਦਫਾ ਅਸੀਂ ਲਥਵਾਨੀਆਂ ਐਂਟਰ ਹੋਏ। ਹੁਣ ਜੰਗਲਾਂ ਦੇ ਵਿੱਚੋਂ ਦੀ ਰਾਤ ਅਸੀਂ ਚੱਲੇ, ਸਵੇਰ ਹੋ ਗਈ। ਅੱਛਾ, ਅਸੀਂ ਉੱਥੇ ਸਰਦੀ ਦੇ ਵਿੱਚ ਹੀ ਸੌਂ ਗਏ, ਥੱਕੇ ਹਾਰੇ, ਖਾਣ ਪੀਣ ਨੂੰ ਵੀ ਕੁਛ ਨਾ। ਸਹੀ ਹੈ। ਤੇ ਜਿਹੜੇ ਡੰਕਰ ਸਨ ਉਹ ਆਪ ਸ਼ਰਾਬ ਪੀ ਰਹੇ ਸਨ ਜੀ। ਜ਼ਾਹਿਰ ਮਕਾਮੀ ਲੋਕ ਸਨ, ਉਹਨਾਂ ਤੇ ਖਾਣ ਪੀਣ ਦਾ ਕੋਈ ਅਰੇਂਜ ਕੀਤਾ ਹੀ ਹੋਣਾ, ਬੰਦੋਬਸਤ ਕੀਤਾ, ਗਰਮ ਕੱਪੜੇ ਉਹਨਾਂ ਕੋਲ। ਅਸੀਂ ਹੁਣ ਰਸਤੇ ਵਿੱਚ ਨਾ ਦੇਖਿਆ ਕਿ ਇੱਕ ਸਰਦਾਰ ਦੀ ਲਾਸ਼ ਪਈ ਹੋਈ। ਠੀਕ ਹੈ, ਹਾਂ ਜੀ, ਪੱਗ ਨਾਲ ਡਿੱਗੀ ਹੋਈ ਪਈ ਸੀ। ਅੱਛਾ, ਇਹ ਕਿਹੜੀ ਸੰਨ ਦੀ ਗੱਲ ਹੈ ਜੀ? ਇਹ ਸਨ 2000 ਦੀ ਗੱਲ ਹੈ। ਸਨ 2000 ਦੀ ਗੱਲ। ਤੁਸੀਂ ਲਥਵਾਨੀਆ ਜਾ ਰਹੇ ਹੋ ਬੈਲਾਰੂਸ ਤੋਂ? ਹਾਂ, ਬੈਲਾ ਡੰਕੀ ਲਗਾਈ, ਤੁਸੀਂ ਲਾਸ਼ ਦੇਖੀ। ਇੱਕੋ ਹੀ ਲਾਸ਼ ਦੇਖੀ ਸੀ ਉੱਥੇ? ਨਹੀਂ, ਅਸੀਂ ਕੋਈ ਕਮੋ ਬੇਸ਼ ਨਾ ਕੋਈ
7-8 ਅਸੀਂ ਲਾਸ਼ਾਂ ਦੇਖੀਆਂ ਦੇਖੀਆਂ ਵੱਖਰੇ ਵਕਫੇ ਨਾਲ ਨਾ ਜੀ। ਬਲਕਿ ਇੱਕ ਜਗ੍ਹਾ ਤੇ ਜਿਹੜੇ ਡੰਕਰ ਨੇ ਉਹ ਸਾਨੂੰ ਲੈ ਕੇ ਗਏ, ਉਹਨੇ ਕਿਹਾ ਦੇਖੋ ਇਹ ਲਾਸ਼ਾਂ ਪਈਆਂ ਹੋਈਆਂ ਨੇ, ਠੀਕ ਹੈ ਜੀ। ਉਹਨੇ ਤੁਸੀਂ ਮੈਂ ਬਾਲਾਰੂਸ ਤੋਂ ਪੜ ਰਹੇ ਹੋ, ਗਰੋਦਨਾ ਤੋਂ ਲਿਥਵਾਨੀਆ। ਹਾਂ ਜੀ, ਅੱਛਾ ਜੀ। ਉਹ ਇਸ ਤਰ੍ਹਾਂ ਹੋਇਆ ਰਸਤੇ 'ਚ ਕਿ ਇੱਕ ਨਾਲਾ ਸੀ। ਅੱਛਾ, ਉਹ ਨਾਲਾ ਕਮੋਬੇਸ਼ ਕੋਈ 20 ਫੁੱਟ, ਲੰਮਾ ਸੀ। ਅਬ ਮੋਰ ਦੈਨ 20 ਫੀਟ ਅੱਛਾ, ਜੀ। ਹੂੰ 20 ਤੋਂ 30 ਫੁੱਟ ਦੇ ਵਿੱਚ ਉਹ ਨਾਲਾ ਸੀ। ਉਹ ਹਾਫ ਲਥਵਾਨੀਆ ਵਿੱਚ ਸੀ, ਅੱਛਾ। ਹਾਫ ਉਹ ਨਾਲਾ ਨਾਲਾ ਤੁਸੀਂ ਕਹਿ ਰਹੇ ਹੋ ਪਾਈਪ ਸੀ, ਇੱਕ ਪਾਈਪ ਸੀ ਕੰਕਰੀਟ ਦਾ ਆ ਰਿਹਾ ਸੀ ਕਿ ਜਾ ਰਿਹਾ ਜੀ। ਸੀ? ਉਹ ਨਾ ਲਥਵਾਨੀਆ ਦੀ ਤਰਫੋਂ ਪਾਣੀ ਗਰੋਦਨ ਵਾਲਾ ਆ ਰਿਹਾ। ਆ ਰਿਹਾ ਸੀ, ਗਰੋਦਨੋ ਵਾਲੀ ਗਰੋਦਨੋ ਆ ਤੁਸੀਂ ਰਹੀ ਉਸ ਪੈਪ ਦੇ ਵਿੱਚੋਂ ਦੀ ਗਏ ਸੋ? ਹਾਂਜੀ, ਉਹ ਪਾਈਪ ਦੇ ਵਿੱਚੋਂ ਨਾ ਅਸੀਂ ਕ੍ਰਾਸ ਕਰਕੇ ਨਾ ਅਸੀਂ ਬਾਰਡਰ, ਹਾਂਜੀ ਵਿਚਕਾਰ ਬਾਰਡਰ ਸੀ, ਫੈਂਸ ਸੀ ਅੱਛਾ, ਉਹ, ਤੇ ਉਹ ਹਾਫ ਨਾਲਾ ਦੋਵਾਂ ਮੁਲਕਾਂ ਵਿੱਚ ਸੀ। ਸਹੀ ਹੈ, ਕਮ ਵਿੱਚ 25-30 ਫੁੱਟ ਹੋਣਾ ਯਕੀਨਨ। ਸਹੀ, ਚਲੋ। ਉੱਥੋਂ ਅਸੀਂ ਰੀਂਗ ਕੇ ਨਾ ਉਹਦੇ ਵਿੱਚ ਪਾਈਪ, ਕੰਕਰੀਟ ਦੇ ਪਾਈਪ ਦੇ ਵਿੱਚੋਂ, ਹਾਂਜੀ ਉਹਦੇ 'ਚ ਪਾਣੀ ਹੋਣਾ ਕੋਈ ਫੁੱਟ ਡੇਢ ਫੁੱਟ, ਹਾਂਜੀ 1.5 ਫੁੱਟ ਪਾਣੀ ਆ ਰਿਹਾ ਸੀ। 1.5 ਫੁੱਟ ਪਾਣੀ ਕਾਫੀ ਹੁੰਦਾ। ਕਾਫੀ ਹੁੰਦਾ, ਅੱਛਾ। ਉਹ ਖੈਰ ਅਸੀਂ ਤੇ ਜਿਹੜੇ ਮੁੰਡੇ ਖੁੰਡੇ ਸਾਂ, ਅਸੀਂ ਉਹਦੇ ਚੋਂ ਆਸਾਨੀ ਨਾਲ ਗੁਜ਼ਰ ਗਏ। ਅੱਛਾ, ਹਾਂਜੀ, ਠੰਡ ਵਿੱਚ ਗਿੱਲੇ ਜ਼ਰੂਰ ਹੋਏ। ਉਸ ਪਾਈਪ ਦਾ ਬੰਦਾ ਆਰਾਮ ਨਾਲ ਗੁਜ਼ਰ ਸਕਦਾ? ਹਾਂਜੀ, ਉਹ ਜਿਹੜਾ ਉਹਦਾ ਨਹੀਂ ਸੀ ਹੋ ਸਕਦਾ? ਨਹੀਂ, ਉਹ ਜਿਹੜਾ ਪਾਈਪ ਸੀ ਨਾ ਬਮੁਸ਼ਕਲ ਕੋਈ ਹੈ ਸੀ, ਕੋਈ 3 ਫੁੱਟ ਨਾ ਰੇਡੀਅਸ? ਹਾਂਜੀ ਬਿਲਕੁਲ। ਅਗਰ ਰਾਉਂਡ ਸ਼ੇਪ ਦੇ ਵਿੱਚ ਕਰਾਂਗਾ, ਅਗਰ ਬੰਦਾ ਖੜਾ ਹੋਣਾ ਚਾਹੇ ਤਾਂ ਨਹੀਂ ਹੋ ਸਕਦਾ? ਨਹੀਂ, ਸਿਰਫ ਰੀਂਗ ਕੇ ਖੜਾ ਨਹੀਂ ਸੀ ਹੋ ਹਾਂਜੀ, ਨਹੀਂ ਜੀ, ਸਕਦਾ? ਉਹ ਸਿਰਫ ਰੀਂਗ ਕੇ ਉਹਦੇ ਚੋਂ ਗੁਜ਼ਰ ਸਕਦਾ ਸੀ, ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਸੀ। ਆਪਸ਼ਨ ਹੀ ਨਹੀਂ ਸੀ, ਸਹੀ ਹੈ। ਈਵਨ ਕਿ ਮੋਟਾ ਬੰਦਾ ਡਿਫਿਕਲਟੀ ਉਹਦੇ 'ਚ ਫਸਣ ਦੇ ਚਾਂਸ ਹੈ ਸਨ। ਹਾਂਜੀ, ਉਹਦੇ 'ਚ ਨਾ ਇੱਕ ਮਾਂ ਧੀ ਸਨ, ਧੀ ਤੇ ਅੱਗੇ ਗੁਜ਼ਰ ਗਈ। ਅੱਛਾ, ਮਾਂ ਦੀ ਵਾਰੀ ਸੀ, ਉਹ ਫਸ ਗਈ ਵਿੱਚ, ਕਾਫੀ ਮੋਟੀ ਸੀ। ਮੋਟੀ ਸੀ, ਉਹ ਫਸ ਗਈ। ਅੱਛਾ, ਹੁਣ ਤੇ ਫਸ ਗਈ ਤੇ ਵਿੱਚ ਉਹ ਬੇਹੋਸ਼ ਵੀ ਹੋ ਗਈ, ਘਬਰਾ ਗਈ, ਨੀਂਦ ਬੇਹੋਸ਼ ਕਹਿ ਲਓ। ਅੱਛਾ, ਹੁਣ ਮਸਲਾ ਇਹ ਸੀ ਕਿ ਉਹਦੀ ਵਜ੍ਹਾ ਨਾਲ ਸਾਰੀ ਟ੍ਰੈਫਿਕ ਜਿਹੜੀ ਰੁਕ ਗਈ ਸੀ। ਹੈ ਜੀ, ਬੰਦੇ ਕੁਛ ਅੱਗੇ ਲੱਗ ਗਏ, ਕੁਛ ਨਹੀਂ, ਮੈਂ ਪਿੱਛੇ ਸਾਂ, ਮੈਂ ਗੁਜ਼ਰਨਾ। ਉਹਦਾ ਹੱਲ ਇਹ ਜਿਹੜਾ ਇੱਕ ਡੰਕਰ ਹੈ ਨਾ, ਹੈ ਜੀ, ਉਹ ਵਿੱਚ ਵੜਿਆ, ਉਹਨੇ ਇਸ ਤਰ੍ਹਾਂ ਕਰਕੇ ਪਿੱਛੋਂ ਦੀ ਉਹਨੂੰ ਧੱਕਾ ਛੱਕਾ ਮਾਰਿਆ, ਠੀਕ ਹੈ। ਜਿਵੇਂ ਕਿਵੇਂ ਹੋਇਆ, ਉਹ ਨਾ ਕਰਦਿਆਂ ਕੋਈ ਅੱਧੇ ਘੰਟੇ ਬਾਅਦ ਨਾ ਡੰਕਰ ਨੇ ਉਹਨੂੰ ਨਾ ਪੁਸ਼ ਕਰਕੇ ਨਾ ਥੋੜਾ ਕਰਕੇ ਨਾ ਹੈ ਜੀ, ਉਹਨੂੰ ਜਿਹੜਾ ਨਾ ਪੁਸ਼ ਅੱਗੋਂ, ਫਿਰ ਮੁੰਡਿਆਂ ਨੇ ਜਿਹੜੇ ਦੂਸਰੀ ਸਾਈਡ ਦੇ ਸਨ, ਉਹਨਾਂ ਨੇ ਖਿੱਚ ਕੇ ਬਾਹਾਂ ਤੋਂ ਬਾਹਰ ਕੱਢ ਲਿਆ ਤੇ ਅੱਗੋਂ ਬੇਹੋਸ਼ ਹੋਈ ਪਈ। ਅੱਛਾ, ਉਹ ਜਨਾਬ ਉਹਨੂੰ ਹੋਸ਼ ਵਿੱਚ ਲਿਆਉਣ ਵਾਸਤੇ ਵੀ ਕੋਈ 1.5-2 ਘੰਟੇ ਲੱਗ ਗਏ ਬਾਹਰ ਆ ਗਏ। ਅੱਛਾ, ਸਹੀ ਹੈ। ਉਤੋਂ ਠੰਡ ਕਿੰਨੇ ਟਾਈਮ 'ਚ ਪਾਈਪ ਕ੍ਰਾਸ ਕੀਤਾ ਸੀ? ਬਮੁਸ਼ਕਲ ਮੈਂ ਤੇ ਉਹ ਉਸ ਤੋਂ ਬਾਅਦ ਕੋਈ 1.5 ਮਿੰਟ 'ਚ ਕਰ ਲਿਆ ਸੀ। ਨਾਰਮਲ ਬੰਦਾ ਕਰੇ ਤਾਂ 1.5 ਮਿੰਟ 'ਚ ਕ੍ਰਾਸ ਕਰ 1.5 ਮਿੰਟ ਵਿੱਚ ਈਜ਼ੀਲੀ ਕਰ ਲੈਂਦਾ ਸਹੀ ਜੀ। ਆ ਅੱਛਾ, ਕਾਫੀ ਠੰਡਾ ਪਾਣੀ ਸੀ? ਬਹੁਤ ਜ਼ਿਆਦਾ ਠੰਡਾ ਸੀ, ਉਤੋਂ ਬਰਫ਼ਬਾਰੀ ਵੀ ਸੀ। ਅੱਛਾ, ਹਾਂਜੀ, ਅੱਗੋਂ ਫਰਵਰੀ ਦਾ ਮਹੀਨਾ ਸੀ। ਜਦੋਂ ਤੁਸੀਂ ਬਾਹਰ ਨਿਕਲੇ ਉਹਦੇ ਤੁਹਾਡੇ ਕੱਪੜੇ ਗਿੱਲੇ ਤੇ ਸੁਕਾਏ ਸੀ? ਸਾਰੇ ਉਹ ਨਹੀਂ ਜੀ, ਉੱਥੇ ਸੁਕਾਉਣ ਵਾਲਾ ਕੋਈ ਸਿਸਟਮ ਨਹੀਂ ਸੀ ਹੈ। ਉਹ ਗਿੱਲਿਆਂ ਨਾਲ ਫਿਰ ਧੋਦੇ ਰਹੇ? ਗਿੱਲਿਆਂ ਕੱਪੜਿਆਂ ਦੇ ਨਾਲ ਹੀ ਨਾ। ਅੱਛਾ, ਇਸ ਤਰ੍ਹਾਂ ਕਰਕੇ ਜਦੋਂ ਥੋੜੀ ਜਿਹੀ ਹੋਸ਼ ਵਿੱਚ ਆਈ, ਉਸ ਤੋਂ ਉਹ ਦੂਸਰੀ ਸਾਈਡ ਤੇ ਵੇਟ ਕਰ ਰਿਹਾ ਸੀ ਸਾਡਾ। ਅੱਛਾ, ਜਿਹਦੇ ਨਾਲ ਗੱਲਬਾਤ ਹੋਈ ਸੀ? ਹਾਂਜੀ, ਜਿਹਦੇ ਨਾਲ ਗੱਲਬਾਤ ਹੋਈ ਸੀ। ਅੱਛਾ, ਉਹ ਜਿਹੜੇ ਡੰਕਰ ਸਨ ਨਾ, ਉਹਨਾਂ ਨੇ ਸਾਰੇ ਜਿਹੜੇ ਅਸੀਂ ਮੁੰਡੇ ਖੁੰਡੇ ਸਾਂ, ਮਿਲਟਰੀ ਦੇ ਹਵਾਲੇ ਕੀਤੇ। ਅੱਛਾ, ਮਿਲਟਰੀ ਵਾਲੇ ਸਾਨੂੰ ਲੈ ਕੇ ਗਏ, ਕੋਈ 1 ਮੀਲ ਆਫੀਸਰ ਸਾਡੇ ਅੱਗੇ ਚੱਲਦਾ ਰਿਹਾ। ਅੱਛਾ, ਅੱਗੇ ਗਏ ਤਾਂ ਅੱਗੇ ਇੱਕ ਮਰਸੀਡੀਜ਼ ਵੈਨ ਖੜੀ ਸੀ। ਅੱਛਾ, ਸਾਰੇ ਲੜਕਿਆਂ ਨੂੰ ਆਫੀਸਰ ਨੇ ਇਸ਼ਾਰਾ ਕੀਤਾ, ਇਹਦੇ ਹੀ ਬੈਠੋ। ਅੱਛਾ, ਬੈਠੇ। ਅੱਛਾ, ਉਹ ਗੋਰੇ ਚਲਾ ਰਹੇ ਸਨ, ਠੀਕ ਹੈ। ਹਾਂਜੀ, ਉਹ ਸਾਨੂੰ ਲੈ ਗਏ ਲਥਵਾਨੀਆ ਦੇ ਅੰਦਰ, ਕਾਫੀ ਕੋਈ 100-150 ਕਿਲੋਮੀਟਰ ਅੰਦਰ ਲੈ ਗਏ, ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਫਿਰ ਅਸੀਂ ਯੂਰਪ ਦੇ ਵਿੱਚ ਲਥਵਾਨੀਆ ਨੇ ਲਿਆ। ਲਥਵਾਨੀਆ ਤੁਸੀਂ ਕਿੰਨੇ ਚਿਰ ਰਹੇ? ਲਥਵਾਨੀਆ ਅਸੀਂ ਕੋਈ ਕਮੋਬੇਸ਼ 6 ਦਿਨ ਹਫ਼ਤਾ ਰਹੇ ਹਾਂ, ਠੀਕ ਹੈ ਜੀ। ਉੱਥੇ ਖਾਣ ਪੀਣ ਕਿੱਥੋਂ ਮਿਲਦਾ ਤੁਹਾਨੂੰ? ਹਾਂਜੀ, ਉਹ ਏਜੰਟਾਂ ਦਾ ਹੀ ਖਾਣ ਪੀਣ ਸੀ, ਠੀਕ ਹੈ। ਅੱਛੀ ਏਜੰਟ, ਬੜੀ ਅੱਛੀ ਉਹਦੀ ਗੇਮ ਸੀ ਉਸ ਟਾਈਮ। ਅੱਛਾ, ਫਿਰ ਲਥਵਾਨੀਆ ਤੋਂ ਫਿਰ ਕਿੱਧਰ? ਲਥਵਾਨੀਆ ਤੋਂ ਅੱਗੋਂ ਪੋਲੈਂਡ 'ਚ ਐਂਟਰ ਹੋਏ। ਪੋਲੈਂਡ 'ਚ ਐਂਟਰ ਹੋਏ? ਹਾਂਜੀ, ਪੋਲੈਂਡ 'ਚ ਇਸ ਤਰ੍ਹਾਂ ਐਂਟਰ ਹੋਏ ਨਾ ਜੀ ਕਿ ਜਦੋਂ ਲਥਵਾਨੀਆ ਔਰ ਪੋਲੈਂਡ ਦਾ ਬਾਰਡਰ ਆਇਆ ਨਾ, ਤੇ ਉਹਨਾਂ ਡੰਕਰਾਂ ਨੇ ਸਾਨੂੰ 3 ਕਿਲੋਮੀਟਰ ਪਹਿਲੇ ਨਾ ਉਤਾਰ ਦਿੱਤਾ। ਇੱਕ ਛੋਟਾ ਜਿਹਾ ਪਿੰਡ ਸੀ, ਕਸਬਾ ਸੀ। ਸਹੀ ਹੈ। ਅੱਛਾ,
ਰਾਤ ਦੇ ਟਾਈਮ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਦੀ ਸਾਨੂੰ ਉਹਨਾਂ ਡੰਕੀ ਲਵਾਈ ਅੱਛਾ ਹੈ ਜੀ। ਜੋ ਵੀ ਹਨੇਰੇ ਦੇ ਵਿੱਚ ਨਾ ਅਸੀਂ ਤਕਰੀਬਨ ਕਮੋ ਵੇਸ਼ ਵੀ ਕੋਈ 4 ਕੁ ਘੰਟੇ ਚੱਲੇ। ਵਾਕਈ ਹਾਂ ਜੀ, ਤਾਂ ਅਸੀਂ ਜਨਾਬ ਜਰਮਨੀ ਪੋਲੈਂਡ ਪਹੁੰਚ ਗਏ। ਐਂਟਰ ਨਾ ਸੌਰੀ ਜਰਮਨੀ ਨਹੀਂ, ਇਹ ਪੋਲੈਂਡ ਪਹੁੰਚ ਗਏ। ਠੀਕ ਹੈ। ਉੱਥੋਂ ਸਾਨੂੰ ਰਿਸੀਵ ਕੀਤਾ। ਅੱਛਾ ਫਿਰ ਠੀਕ ਹੈ। ਗੋਰੀ ਸੀ ਇੱਕ ਅੱਛਾ ਹੈ ਜੀ, ਪੋਲਿਸ਼ ਗੋਰੀ, ਹੂੰ ਉਹ ਆਈ ਸੀ। ਉਹਨੇ ਕੋਈ 8 ਦਿਨ ਹਫ਼ਤਾ ਘਰ ਰੱਖਿਆ। ਠੀਕ ਹੈ। ਉਸ ਤੋਂ ਕਿੰਨੇ ਬਾਅਦ ਬੰਦੇ ਰਹਿ ਗਏ ਟੋਟਲ ਪਹੁੰਚਣ ਤੱਕ ਜਦੋਂ ਉੱਥੇ ਪਹੁੰਚੇ? ਅਸੀਂ ਕੋਈ 22 ਬੰਦੇ, ਸਹੀ ਹਾਂ ਜੀ 22 ਬੰਦੇ ਪਾਕਿਸਤਾਨੀਆਂ ਦੀ ਗੱਲ ਕਰ ਰਹੇ ਸਹੀ ਹਾਂ। ਇਸ ਤਰ੍ਹਾਂ ਅਸੀਂ ਪੋਲੈਂਡ ਤੋਂ ਤੇ ਪੋਲੈਂਡ ਰਹੇ ਤੁਸੀਂ 8 ਦਿਨ? ਹਾਂ ਜੀ, ਪੋਲੈਂਡ ਤੋਂ ਅਸੀਂ ਕਿਹੜੇ ਸ਼ਹਿਰ? ਅਸੀਂ ਵਾਰਸ਼ਾਵਾ 8 ਦਿਨ ਵਾਰਸ਼ਾਵਾ ਹਾਂ ਜੀ। ਵਾਰਸ਼ਾਵਾ ਤੋਂ ਅੱਗੋਂ ਦੁਬਾਰਾ ਅਸੀਂ ਡੰਕੀ ਲਗਾਈ ਅੱਛਾ ਬਾਰਡਰ ਤੇ, ਅੱਛਾ ਪੈਦਲ ਕ੍ਰਾਸ ਕੀਤਾ ਜਰਮਨੀ। ਉਹ ਪੋਲਿਸ਼ ਸਨ ਜਿਨ੍ਹਾਂ ਨੇ ਸਾਨੂੰ ਬਾਰਡਰ ਕ੍ਰਾਸ ਕਰਾਇਆ। ਉਹ ਵੀ ਰਾਤ ਦੇ ਟਾਈਮ ਉਹਨਾਂ ਨੇ ਬਾਰਡਰ ਕ੍ਰਾਸ ਕਰਾਇਆ। ਉਹ ਕਿ ਨਹਿਰ ਸੀ, ਉਹ ਨਹਿਰ ਅਸੀਂ ਕ੍ਰਾਸ ਕੀਤੀ। ਠੀਕ ਹੈ ਜੀ। ਤੋਂ ਪਾਣੀ ਕਾਫੀ ਜ਼ਿਆਦਾ ਸੀ ਤੇ ਉਹਦੇ 'ਚ ਔਰਤਾਂ ਵੀ ਸਨ, ਬੱਚੇ ਵੀ ਸਨ। ਜਿਹੜੇ ਡੰਗਰ ਸਨ ਅੱਛੇ ਲੋਕ ਸਨ, ਕਾਫੀ ਅੱਛੇ, ਉਹਨਾਂ ਨੇ ਬੱਚੇ ਉਠਾ ਲਏ। ਠੀਕ ਹੈ। ਤਾਂ ਔਰਤਾਂ ਤੇ ਉਹਨਾਂ ਬੜੀ ਹੈਲਪ ਕੀਤੀ ਜੀ। ਇਸ ਤਰ੍ਹਾਂ ਕਰਕੇ ਅਸੀਂ ਫਿਰ ਜੋ ਜਰਮਨੀ ਪਹੁੰਚ ਗਏ। ਆਈਜ਼ਨਹੂਟਨਸਟਾਡ। ਅੱਛਾ ਆਈਜ਼ਨਹੂਟਨਸਟਾਡ ਅਸੀਂ ਐਂਟਰ ਹੋਏ ਸਾਂ। ਸਹੀ। ਤੇ ਉਸ ਤੋਂ ਬਾਅਦ ਫਿਰ ਜਰਮਨੀ ਦੇ ਵਿੱਚ ਤੁਸੀਂ ਉੱਥੇ ਕੰਮ ਕਰਦੇ ਰਹੇ? ਹਾਂ ਜੀ, ਜਰਮਨੀ ਆਖਰੀ ਮੰਜ਼ਿਲ ਸੀ ਤੁਹਾਡੀ? ਜੀ ਜਿਉਂ ਹੀ ਅਸੀਂ ਜਰਮਨੀ ਐਂਟਰ ਹੋਏ, ਸ਼ਹਿਰ ਦੇ ਅੰਦਰ ਅਸੀਂ ਹੋ ਗਏ, ਦਲੇਰ ਹੋ ਗਏ। ਹਾਂ ਜੀ, ਸ਼ਹਿਰ ਦੇ ਅੰਦਰ ਗਏ ਜਦੋਂ, ਅੱਛਾ ਪੁਲਿਸ ਨੇ ਸਾਨੂੰ ਅਰੈਸਟ ਕਰ ਲਿਆ ਕਿਉਂਕਿ ਡਾਕੂਮੈਂਟ ਨਹੀਂ ਸਨ। ਅੱਛਾ ਉਹ ਫਿਰ ਪੁਲਿਸ ਲੈ ਗਈ। ਹਾਂ ਜੀ, ਉਹ ਅੱਛਾ ਹੋਇਆ ਸਾਨੂੰ। ਅਸੀਂ ਚਾਹੁੰਦੇ ਸਾਂ ਪੁਲਿਸ ਆ ਕੇ ਫੜਨ। ਅਸੀਂ ਤਬਦੀਲ ਕੀਤੀ। ਫਿਰ ਖਾਣ ਪੀਣ, ਰਿਹਾਇਸ਼, ਕੱਪੜਾ, ਹਰ ਚੀਜ਼ ਉਹਨਾਂ ਦਿੱਤੀ ਸਾਨੂੰ ਜੀ। ਉਸ ਤੋਂ ਬਾਅਦ ਫਿਰ ਮੈਂ ਜਰਮਨੀ ਕੋਈ 4 ਸਾਲ ਰਿਹਾ। 4 ਸਾਲ ਜੀ। ਇਮੀਗ੍ਰੇਸ਼ਨ ਖੁੱਲੀ ਸਪੇਨ ਦੀ। ਅੱਛਾ ਸਪੇਨ ਚਲਾ ਗਿਆ। ਅੱਛਾ। ਉੱਥੋਂ ਕੋਈ ਸਾਲ ਡੇਢ ਦੇ ਵਿੱਚ ਜਰਮਨੀ ਮੁਲਾਕਾਤ ਨਹੀਂ ਸੀ ਹੋਈ? ਨਹੀਂ ਜੀ, ਨਹੀਂ, ਤੁਹਾਡੀ ਸਪੇਨ ਜਾ ਕੇ ਮੁਲਾਕਾਤ ਹੋਈ? ਸਪੇਨ। ਉੱਥੇ ਫਿਰ ਡੇਢ ਕੁ ਸਾਲ ਬਾਅਦ। ਕਿਹੜੀ ਸਾਲ ਦੀ ਗੱਲ ਹੈ? ਤੁਸੀਂ ਯਾਨੀ ਕਿ 2004 ਚ ਫਿਰ ਸਪੇਨ ਪਹੁੰਚੇ? ਜੀ ਕਮੋ ਬੇਸ਼ ਨਹੀਂ, ਮੈਂ ਸਾਰਾ ਪਾਕਿਸਤਾਨ ਤੋਂ ਜਰਮਨੀ ਤੱਕ ਟੋਟਲ ਮੈਂ 4 ਮਹੀਨੇ 'ਚ ਪਹੁੰਚਿਆ ਜਨਾਬ। ਸਪੇਨ ਦੇ ਪੇਪਰ ਨਿਕਲ ਆਏ। ਫਿਰ ਮੈਂ ਸਪੇਨ ਹੀ ਰਿਹਾ। ਵਾਪਸ ਬੈਕ ਟੂ ਜਰਮਨੀ ਵਿਜ਼ਿਟ ਕਰਨ ਗਿਆ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ। ਲੇਕਿਨ ਮੈਂ ਰਿਹਾ ਸਪੇਨ। ਸਪੇਨ 'ਚੋਂ ਫਿਰ ਪਾਸਪੋਰਟ ਮਿਲਿਆ ਤਕਰੀਬਨ 12 ਜੀ, ਕੋਈ 12 ਸਾਲ ਬਾਅਦ, 13 ਸਾਲ ਬਾਅਦ। ਫਿਰ ਜੋ ਹੀ ਪਾਸਪੋਰਟ ਮਿਲਿਆ, ਪਾਸਪੋਰਟ ਲੈ ਕੇ ਵੀ ਮੈਂ ਕੋਈ 2 ਸਾਲ ਮਜ਼ੀਦ ਸਪੇਨ ਰਿਹਾ। ਉਸ ਤੋਂ ਬਾਅਦ ਫਿਰ ਮੂਵ ਟੂ ਇੰਗਲੈਂਡ। ਕਿਸ ਤਰ੍ਹਾਂ ਮੁਲਾਕਾਤ ਹੋਈ ਸੀ ਜ਼ਰਾ ਇਹ ਵੀ ਕਿੱਸਾ ਹੈ? ਹਾਂ ਜੀ, ਉਹ ਨਵਾਜ਼ ਸਾਹਿਬ ਨਾਲ ਮੁਲਾਕਾਤ ਇਸ ਤਰ੍ਹਾਂ ਹੋਈ ਨਾ ਕਿ ਉੱਥੇ ਇੱਕ ਹੋਟਲ ਹੈ ਪ੍ਰਿੰਸੈਸਾ ਸੋਫੀਆ। ਅੱਛਾ। 5 ਸਟਾਰ ਹੋਟਲ ਹੈ। ਹਾਂ ਜੀ, ਉੱਥੇ ਸਾਰੇ ਜਿਵੇਂ ਨਾ ਬਹੁਤ ਮਸ਼ਹੂਰ ਹੋਟਲ ਹੈ। ਤੁਸੀਂ ਉੱਥੇ ਕੰਮ ਕਰਦੇ ਸੋ? ਮੈਂ ਐਜ਼ ਏ ਵੇਟਰ ਗਿਆ ਸਾਂ ਉੱਥੇ। ਅੱਛਾ ਜੀ। ਤੇ ਇਹ ਵੀ ਅੰਦਰ ਕਿਚਨ 'ਚ ਕੰਮ ਕਰ ਰਹੇ ਸਨ। ਪਰਮਿਟ ਲੱਗਾ ਸੀ? ਹਾਂ ਜੀ। ਉਹਨਾਂ ਦਿਨਾਂ 'ਚ ਨਾ ਮੈਂ ਪੋਲੈਂਡ ਗਿਆ ਸਾਂ, ਨਵਾਂ ਹੋ ਕੇ ਆਇਆ ਸਾਂ। ਅੱਛਾ, ਨਵਾਂ ਪੋਲੈਂਡ ਹੋ ਕੇ ਆਏ ਤੇ ਤੁਸੀਂ ਆ ਕੇ ਸਟੋਰੀ ਸੁਣਾਈ। ਪਹਿਲੇ ਤੇ ਭਾਈ ਹਰੀ ਬੜੇ ਉਖੜੇ ਮੇਰੇ ਨਾਲ ਬੋਲੇ। ਅੱਛਾ। ਖੈਰ, ਮੈਂ ਗੱਲਾਂ ਦੇ ਵਿੱਚ ਨਾ ਕਿ ਮੇਰੇ ਮੂੰਹ 'ਚ ਨਿਕਲ ਗਿਆ ਕਿ ਮੈਂ ਪੋਲੈਂਡ ਗਿਆ ਸਾਂ। ਤੇ ਜਦੋਂ ਇਹਨਾਂ ਨੇ ਸੁਣਿਆ ਨਾ ਪੋਲੈਂਡ, ਦੁਬਾਰਾ ਪੋਲੈਂਡ, ਫਿਰ ਮੇਰੀ ਦਿਲਚਸਪੀ ਲਈ ਤੇ ਮੈਂ ਹਿਸਾਬ ਲਾਇਆ ਕਿ ਭਾਰੀ ਜਿਹੜੇ ਨਾ ਇਹ ਆਪਣੇ ਜਿਹੜੇ ਮਜ਼ਾਜ ਦੇ ਬੰਦੇ ਨੇ। ਫਿਰ ਉਹਨਾਂ ਦਾ ਅੱਖੜ ਪਾਣਾ ਖਤਮ ਹੋ ਗਿਆ। ਤੇ ਐਂਡ ਉੱਤੇ ਆ ਕੇ ਨਾ ਜਿਹੜਾ ਸੀ ਉਹ ਮੈਨੇਜਰ ਉਹਨੂੰ ਕਹਿੰਦੇ ਨੇ ਕਿ ਬਹੁਤ ਅੱਛਾ ਮਿਹਨਤੀ ਬੁਆਏ ਵੇ ਜੀ, ਤਰਫਦਾਰੀ। ਹਾਂ ਜੀ। ਉਹ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਲਗਾਤਾਰ ਨਾ ਸਲਾਮ ਦਾ ਅੱਜ ਵੀ। ਪੋਲੈਂਡ ਦਾ ਫਿਰ ਹੋਇਆ ਟੂਰ? ਜੀ ਹਾਂ, ਮੈਂ ਦੁਬਾਰਾ ਪੋਲੈਂਡ ਗਿਆ ਵਾਂ, ਇਹਨਾਂ ਦੇ ਨਾਲ ਗਿਆ ਵਾਂ ਜੀ। ਦੁਬਾਰਾ ਗਿਆ ਬਾਹਰ ਗਏ? ਹਾਂ। ਫਿਰ ਉਸ ਤੋਂ ਬਾਅਦ ਅਸੀਂ ਬੜੇ ਮੁਲਕ ਅਸੀਂ ਵਿਜ਼ਿਟ ਕੀਤੇ ਨੇ। ਸਾਡੀ ਤਿੰਨਾਂ ਦੀ ਦੋਸਤੀ ਦੀ ਸਭ ਤੋਂ ਵੱਡੀ ਵਜ੍ਹਾ ਵੀ ਇਹ ਹੀ ਹੈ ਕਿ ਅਸੀਂ ਤਿੰਨੇ ਸ਼ੌਕੀਨ ਆ ਫਿਰਨ ਤੁਰਨ ਦੇ। ਹਾਂ ਜੀ ਜੀ, ਇਸ ਤਰ੍ਹਾਂ ਹੀ ਗੱਲ ਹੈ। ਦੋਸਤ ਹੋਰ ਵੀ ਕਾਫੀ ਨੇ, ਤੁਸੀਂ ਅਕਸਰ ਤਸਵੀਰਾਂ 'ਚ ਦੇਖਿਆ ਹੈਗਾ। ਅਸੀਂ ਨੀਅਰ ਟੂ 50 ਕੰਟਰੀਜ਼ ਵੀ ਹੈਵ ਵਿਜ਼ਿਟਡ ਵਿਦ ਮਿਸਟਰ। ਹਾਂ ਜੀ, ਅਤੀਕ ਸਾਹਿਬ ਨੂੰ ਵੀ ਬਹੁਤ ਸ਼ੌਕ ਹੈ, ਕਾਫੀ ਇਹਨਾਂ ਨੇ ਮੁਲਕ ਦੇਖੇ ਹੋਏ ਨੇ। ਦੁਨੀਆ ਬਹੁਤ ਖੂਬਸੂਰਤ ਹੈ। ਹਾਂਜੀ ਗੱਲ ਜੀ। ਤੁਸੀਂ ਵਿਜ਼ਿਟ ਕਰੋ ਤੇ ਵਿਸ਼ ਯੂ ਆਲ ਦੀ ਬੈਸਟ। ਥੈਂਕ ਯੂ ਵੈਰੀ ਮਚ ਫॉर ਵਾਚਿੰਗ।